ਜੇ ਪੰਜਾਬ ਦੀ ਵਾਗਡੋਰ ਇੱਕ ਵਾਰ ਮੈਂ ਕਹਿੰਦੀ ਹਾਂ ਔਰਤਾਂ ਦੇ ਹੱਥ ਫੜਾ ਦੇ, ਵੇਖੋ ਤਾਂ ਸਹੀ ਉਹਦੀ ਸਪੋਰਟ ਬਣਨ, ਹੋਰ ਬੱਚੀਆਂ ਇੱਕ ਦੂਜੇ ਨਾਲ ਬਾਹਾਂ ਫੜ ਕੇ ਤੁਰਨੀਆਂ ਸ਼ੁਰੂ ਹੋਣ, ਤਾਂ ਹੀ ਅਸੀਂ ਵੱਡੀ ਗਿਣਤੀ ਇੱਕ ਸੀਕੁਐਂਸ ਸ਼ੁਰੂ ਕਰ ਸਕਾਂਗੇ, ਸੀਰੀਜ਼ ਬਣਾ ਸਕਾਂਗੇ। ਇੱਥੇ ਔਰਤ ਕਿਉਂ ਦਰਬਾਰ ਸਾਹਿਬ ਦੇ ਵਿੱਚ ਨਹੀਂ ਕੀਰਤਨ ਕਰ ਸਕਦੀ? ਜੋ ਮੈਂ ਸੁਣਿਆ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ ਕਿ ਤੂੰ ਕੀ ਚਾਹੁੰਦੀ ਹੈ ਕਿ ਇੱਥੇ ਨਾਜਾਇਜ਼ ਔਲਾਦਾਂ ਪੈਦਾ ਹੋਣ। ਪ੍ਰਮੋਟ ਕਰਨਾ ਚਾਹੁੰਦੀ ਹਾਂ ਵੀ ਔਰਤਾਂ ਅਗਾਂਹ ਆਉਣ, ਉਸ ਥਾਂ ਤੇ ਬੈਠਣ। ਸਾਡੇ ਕੋਲ ਬਹੁਤ ਇਸ ਵੇਲੇ ਦਮਦਾਰ ਔਰਤਾਂ ਨੇ ਜਿਹੜੀਆਂ ਬੈਠੀਆਂ ਨੇ, ਬਲਕਿ ਇਸ ਵੇਲੇ ਅਗਵਾਈ ਕਰਨ ਯੋਗ ਜੇ ਮਾਂ ਦਾ ਵੀ ਵਧੀਆ ਰੋਲ ਅਦਾ ਕਰ ਜਾਏ ਨਾ ਇੱਕ ਔਰਤ, ਤਾਂ ਸੱਚ ਜਾਣਿਓ ਉਸ ਘਰ ਵਿੱਚ ਜਿਸ ਤਰੀਕੇ ਦੇ ਕਮਲ ਫੁੱਲ ਖਿੜਨੇ ਨੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਸਵਾਗਤ ਹੈ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਪਿਛਲੇ ਹਫ਼ਤੇ ਤੁਹਾਡੇ ਨਾਲ ਇੱਕ ਵਾਅਦਾ ਕਰਕੇ ਗਿਆ ਸਾਂ ਕਿ ਡਾਕਟਰ ਹਰਸ਼ਿੰਦਰ ਕੌਰ ਮੇਰੇ ਨਾਲ ਹੋਣਗੇ, ਜਾਣਾਂਗੇ ਕਿ ਰਾਜਨੀਤੀ ਦੀ ਦੁਨੀਆ ਦੇ ਅੰਦਰ, ਉਹ ਧਾਰਮਿਕ ਜਗਤ ਦੇ ਅੰਦਰ, ਹੁਣ ਕਈਆਂ ਨੇ ਕਹਿਣਾ ਵੀ ਧਾਰਮਿਕ ਜਗਤ ਦੀ ਮਖੂ ਜੀ ਨੇ ਐਗਜ਼ਾਮਪਲ ਕਿਉਂ ਦਿੱਤੀ ਹੈ, ਜਦ ਕਿ ਉਸੇ ਸਟੇਜ ਦੇ ਉੱਪਰ ਕੀਰਤਨ ਕਰਨ ਵਾਲੇ ਵੀਰ ਵੀ ਹੁੰਦੇ ਨੇ, ਉੱਥੇ ਭੈਣਾਂ ਵੀ ਹੁੰਦੀਆਂ ਨੇ। ਜੇ ਢਾਡੀ ਸਿੰਘ ਨੇ ਤੇ ਢਾਡੀ ਭੈਣਾਂ ਵੀ ਨੇ, ਪਰ ਜੇ ਤੁਸੀਂ ਇੱਕ ਪੈਮਾਨਾ ਲਾ ਕੇ ਵੇਖੋ ਗਿਣਤੀ ਤੇ ਗਿਣਤੀ ਬਹੁਤ ਘੱਟ ਹੈ। ਉਹਦੇ ਕਈ ਐਸੇ ਕਾਰਨ ਬਣ ਜਾਂਦੇ ਨੇ। ਕਈ ਥਾਈਂ ਤੇ ਮੈਂ ਐਸਾ ਵੀ ਵਿਦੇਸ਼ ਵਿੱਚ ਵੀ ਸੁਣਿਆ ਹੈ ਵੀ ਜੇ ਲੇਡੀਜ਼ ਦਾ ਜਥਾ ਹੈ ਤਾਂ ਅਸੀਂ ਸਪੌਂਸਰ ਨਹੀਂ ਭੇਜਾਂਗੇ, ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ। ਬਹੁਤ ਕੁਝ ਐਸਾ ਮੇਰੇ ਕੰਨਾਂ ਦੇ ਵਿੱਚ ਸੁਣਨ ਨੂੰ ਮਿਲਿਆ। ਜੇ ਇਸ ਤੋਂ ਵੀ ਥੋੜ੍ਹਾ ਜਿਹਾ ਆਪਾਂ ਹੋਰ ਅੱਗੇ ਚੱਲੀਏ ਤੇ ਗੁਰਦੁਆਰਾ ਸਾਹਿਬ, ਜੇ ਕਿਸੇ ਸ਼ਹਿਰ ਜਾਂ ਕਸਬੇ ਦੇ ਅੰਦਰ 100 ਗੁਰੂ ਘਰ ਹੈ ਤੇ ਗਿਣਤੀ ਕਰਕੇ ਦੇਖਣਾ ਕਿਤੇ 2 ਵੀ ਗੁਰੂ ਘਰ ਐਸੇ ਨਹੀਂ ਮਿਲਣਗੇ ਜਿੱਥੋਂ ਦੀ ਮੈਨੇਜਮੈਂਟ ਬੀਬੀਆਂ ਦੀ ਹੋਵੇ, ਜਾਂ ਇੰਜ ਕਹਿ ਲਓ ਵੀ ਮੈਨੇਜਮੈਂਟ ਦੇ ਵਿੱਚ ਭਾਵੇਂ ਜੈਂਟਸ ਵੀ ਹੋਣ ਪਰ ਉੱਥੋਂ ਦੀ ਇੱਕ ਬੀਬੀ ਜਿਹੜੀ ਉਹ ਪ੍ਰਧਾਨ ਬਣਾਈ ਹੋਵੇ, ਤੁਹਾਨੂੰ ਬਹੁਤ ਘੱਟ ਮਿਲੇਗਾ। ਕਾਰਨ ਕੀ ਹੈ? ਜਦਕਿ ਮੇਰੇ ਗੁਰੂ ਨੇ ਕਕਾਰ, ਵਿਚਾਰ, ਅਧਿਕਾਰ ਤਿੰਨਾਂ ਦੇ ਵਿੱਚ ਕੋਈ ਅੰਤਰ ਨਹੀਂ ਸੀ ਰੱਖਿਆ, ਸਭ ਕੁਝ ਇੱਕੋ ਜਿਹਾ ਕਰ ਦਿੱਤਾ ਸੀ। ਜੇ ਜੰਗਾਂ ਤੇ ਯੁੱਧਾਂ ਦੀ ਵੀ ਗੱਲ ਸੀ ਤੇ ਪਾਤਸ਼ਾਹ ਕਹਿਣ ਲੱਗੇ ਤੂੰ ਪਿੱਛੇ ਕਿਉਂ ਰਹੇਂਗੀ, ਸਾਰਿਆਂ ਤੋਂ ਅੱਗੇ ਹੋਏਗੀ ਤੂੰ ਵੀ। ਬੜਾ ਕੁਝ ਸੀ ਹਿਸਟਰੀ ਦੇ ਅੰਦਰ, ਬੜਾ ਕੁਝ ਵੇਖਣ ਨੂੰ ਮਿਲਦਾ ਹੈ। ਪਰ ਅੱਜ ਫੇਰ ਕਿਤੇ ਨਾ ਕਿਤੇ ਆ ਕੇ ਅਸੀਂ ਉਸੇ ਹੀ ਮਨੂਵਾਦੀ ਵਿਚਾਰਧਾਰਾ ਦੇ ਸ਼ਿਕਾਰ ਹੁੰਦੇ ਜਾਂਦੇ ਹਾਂ ਜਿਨ੍ਹਾਂ ਚੀਜ਼ਾਂ ਵਿੱਚੋਂ ਗੁਰੂ ਸਾਹਿਬ ਨੇ ਕੱਢਿਆ ਸੀ। ਆਓ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਕੋਲੋਂ ਜਾਣਦੇ ਹਾਂ ਧਾਰਮਿਕ ਜਗਤ ਤੇ ਰਾਜਨੀਤਿਕ ਜਗਤ ਦੇ ਅੰਦਰ ਬੀਬੀਆਂ ਪਿੱਛੇ ਕਿਉਂ ਨੇ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭੈਣ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ। ਸਾਡਾ ਅਕਾਲ ਚੈਨਲ ਬਹੁਤ ਜ਼ਿਆਦਾ ਦੇਸ਼ਾਂ ਦੇ ਵਿੱਚ ਦੇਖਿਆ ਜਾਂਦਾ ਔਰ ਬੜੀ ਡਿਮਾਂਡ ਸੀ ਦਰਸ਼ਕਾਂ ਦੀ ਕਿ ਡਾਕਟਰ ਹਰਸ਼ਿੰਦਰ ਕੌਰ ਨੂੰ ਲੈ ਕੇ ਆਓ, ਜਲਦੀ ਉਹਨਾਂ ਦੇ ਵਿਚਾਰ ਸਾਡੇ ਨਾਲ ਸਾਂਝੇ ਕਰਵਾਏ ਜਾਣ। ਜੀ ਸਾਰਿਆਂ ਦੀ, ਜੇ ਉਹਨਾਂ ਨੇ ਇੰਨਾ ਮਾਣ ਬਖਸ਼ਿਆ, ਬਹੁਤ ਬਹੁਤ ਧੰਨਵਾਦ। ਤੇ ਤੁਹਾਡੇ ਸਾਰੇ ਯੂਨਿਟ ਦੀ, ਅਕਾਲ ਚੈਨਲ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਵਰਗੀ ਨਿਮਾਣੀ ਨੂੰ ਸਮਾਂ ਦਿੱਤਾ ਜੀ। ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਪੋਲੀਟੀਕਲ ਜਗਤ ਦੀ ਤੇ ਉਹਦੇ ਵਿੱਚ ਲੇਡੀਜ਼ ਦੀ ਗਿਣਤੀ ਬਹੁਤ ਘੱਟ ਹੈ। ਜੇ ਪਾਰਲੀਮੈਂਟ ਦੀ ਗੱਲ ਕਰੀਏ, ਜੇ ਵਿਧਾਨ ਸਭਾ ਦੀ ਆਪਾਂ ਗੱਲ ਕਰੀਏ, ਤੇ ਗਿਣਤੀ ਇੰਨੀ ਘੱਟ ਕਿਉਂ ਰਹਿ ਜਾਂਦੀ ਹੈ? 2 ਖਬਰਾਂ ਸਾਂਝੀਆਂ ਕਰਦੇ ਹਾਂ। ਹਾਂਜੀ, ਕਰ ਦਿਓ ਜੀ। ਅਸੈਂਬਲੀ ਦੇ ਵਿੱਚ ਮੇਰਾ ਖਿਆਲ ਹੈ ਖਬਰਾਂ ਛਪੀਆਂ ਵੀ ਸਨ, ਉਹਦੀਆਂ ਵੀਡੀਓਜ਼ ਵੀ ਆਊਟ ਹੋਈਆਂ ਕਿ ਜਿਹੜੇ ਉੱਥੇ ਬੈਠੇ ਸਨ ਉਹ ਪੋਰਨ ਮੂਵੀਜ਼ ਦੇਖ ਰਹੇ ਸਨ। ਮੈਂ ਸੋਚ ਦੱਸਣਾ ਚਾਹੁੰਦੀ ਹਾਂ ਕਿੰਨੀ ਕੁ ਨਿਗਾਰ ਵਾਲੀ ਸੋਚ ਨੂੰ ਅਸੀਂ ਉੱਥੇ ਪਹੁੰਚਾਉਂਦੇ ਹਾਂ। ਮੈਂ ਇਸੇ ਕਰਕੇ ਪਿਛਲੇ ਐਪੀਸੋਡ 'ਚ ਵੀ ਇਹੀ ਜ਼ਿਕਰ ਕੀਤਾ ਸੀ, ਸਾਡਾ ਨੌਜਵਾਨ ਤਬਕਾ ਅੱਗੇ ਆਏਗਾ ਜਦੋਂ ਇਹ ਗਲੇ ਸੜੇ ਸਮਾਜ ਨੂੰ ਸਫਾਈ ਕਰੇਗਾ ਨਾ, ਤਾਂ ਮੇਰਾ ਖਿਆਲ ਹੈ ਵੱਡੀ ਗਿਣਤੀ ਸਾਡੀਆਂ ਬੱਚੀਆਂ ਅਗਾਂਹ ਆਉਣਗੀਆਂ। ਜਿਹੜੇ ਇਸ ਵੇਲੇ ਬੈਠੇ ਨੇ ਨਾ, ਭਾਵੇਂ ਉਹਨਾਂ ਨੂੰ ਸੱਟ ਹੀ ਵੱਜੇਗੀ, ਪਰ ਉਹਨਾਂ 'ਚ ਬਹੁਤ ਨੇ ਜਿਹੜੀਆਂ ਔਰਤ ਨੂੰ ਸਿਰਫ ਇੱਕ ਸ਼ਿਕਾਰ ਵਜੋਂ ਜਾਣਦੇ ਨੇ ਕਿ ਆਈਏ। ਇੰਨੀਆਂ ਕੁ ਇਸ ਚੀਜ਼ ਦੀਆਂ ਵੀ ਵੀਡੀਓਜ਼, ਫੋਟੋਜ਼ ਸਾਹਮਣੇ ਆ ਚੁੱਕੀਆਂ ਨੇ ਕਿ ਜਦੋਂ ਕੋਈ ਔਰਤ ਵੜ ਰਹੀ ਹੁੰਦੀ ਜੇ ਤੇ ਉਹਦੇ ਯਾਨੀ ਉਹਦੇ ਕੱਪੜਿਆਂ ਦੇ ਉੱਤੇ ਕਮੈਂਟ ਮਾਰਨੇ ਜਾਂ ਇਹੋ ਜਿਹੀ ਚੀਜ਼। ਦੇਖੋ, ਸਕੂਲਾਂ ਕਾਲਜਾਂ ਵਿੱਚ ਇਹ ਚੀਜ਼ਾਂ ਅੱਜ ਤੋਂ ਨਹੀਂ, ਸਦੀਆਂ ਤੋਂ ਨੇ। ਜਿਸ ਥਾਂ ਤੇ ਮੈਂ ਗੱਲ ਕਰ ਰਹੀ ਹਾਂ, ਮੈਂ ਤੁਹਾਡੀ ਐਗਜ਼ਾਮਪਲ ਦਿੰਦਾ ਵਾਂ ਇਸ ਚੀਜ਼ ਦੀ। ਮੰਨ ਲਓ ਇੱਕ ਸਕੂਲ ਹੈ, ਉਹਦੇ ਵਿੱਚ ਮੈਂ ਇਕੱਲਾ ਹੀ ਸਰਦਾਰ ਹੋਵਾਂਗਾ ਤੇ ਕੁਦਰਤੀ ਗੱਲ ਹੈ ਕਿ ਜਦੋਂ ਮੈਂ ਆਵਾਂਗਾ ਮੈਨੂੰ ਸਾਰੇ ਹੀ ਦੇਖਣਗੇ। ਪਰ ਜਦੋਂ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ 100 ਬੱਚਾ ਆ ਤੇ 60 ਸਰਦਾਰ ਹੋਣਗੇ, ਫਿਰ ਉਹ ਕਾਮਨ ਹੋ ਜਾਏਗਾ। ਤੁਹਾਨੂੰ ਲੱਗਦਾ ਨਾ ਵੀ ਜੇ ਲੇਡੀਜ਼ ਦੀ ਗਿਣਤੀ
ਪਾਰਲੀਮੈਂਟ ਦੇ ਵਿੱਚ ਜ਼ਿਆਦਾ ਵੱਧ ਜਾਵੇਗੀ ਤੇ ਫਿਰ ਇਹ ਚੀਜ਼ਾਂ ਦਾ ਖਤਮ ਹੋ ਜਾਣਗੀਆਂ। ਜੀ ਭਾਜੀ, ਪਹਿਲੀ ਚੀਜ਼ ਤਾਂ ਜਿਹੜੀ ਆ ਕਰ ਰਹੇ ਆ, ਕਦੇ 33% ਕਦੇ 50% ਦੇ ਬੰਦ ਹੋਣੀ ਚਾਹੀਦੀ ਹੈ। ਪਹਿਲਾਂ ਤੇ ਕਹੋ ਵੀ ਹੋ ਸਕਦਾ 100% ਔਰਤਾਂ ਹੀ ਆਣ, ਤੁਸੀਂ ਕਿਉਂ ਰੋਕ ਲਾ ਰਹੇ ਹੋ? ਪਹਿਲੀ ਗੱਲ ਤਾਂ ਰੋਕ ਲਾਉਣ ਵਾਲੇ ਕੌਣ ਨੇ, ਕਾਨੂੰਨ ਬਣਾਉਣ ਵਾਲੇ ਕੌਣ ਨੇ? ਜਿਹੜੇ ਬਣਾਉਣ ਵਾਲੇ ਨੇ ਦਾ ਮਤਲਬ ਹੈ ਕੋਈ ਖਤਰਾ ਹੈ ਉਹਨਾਂ ਨੂੰ ਕਿ ਅਸੀਂ 50% ਤੋਂ ਉੱਪਰ ਕਿਤੇ ਆ ਨਾ ਜਾਣ। ਪਹਿਲੀ ਚੀਜ਼ ਤਾਂ ਇਹ ਬੰਦ ਹੋਣੀ ਚਾਹੀਦੀ ਹੈ 30 ਜਾਂ 50 ਵਾਲਾ ਕੰਮ। ਪਰ ਇਹਨੂੰ ਆਪਾਂ ਪੋਜ਼ਿਟਿਵ ਵੀ ਕਹਿ ਸਕਦੇ ਹਾਂ, ਇਹਨੂੰ ਆਪਾਂ ਪੋਜ਼ਿਟਿਵ ਵੀ ਕਹਿ ਸਕਦੇ ਹਾਂ ਵੀ ਲੇਡੀਜ਼ ਬਿਲਕੁਲ ਨਹੀਂ ਸੀ, ਉਹਨਾਂ ਕਹਿੰਦੇ 50% ਜਿਹੜੀਆਂ ਆਉਣੀਆਂ ਹੀ ਚਾਹੀਦੀਆਂ, ਕੰਪਲਸਰੀ ਕਰ ਦਿਓ। ਇੱਥੇ ਹੋ ਸਕਦਾ ਮਰਦ ਪ੍ਰਧਾਨ ਸਮਾਜ ਨੇ ਐਡਾ ਵੱਡਾ ਦਿਲ ਖੋਲ ਕੇ ਕਿਹਾ ਹੋਵੇ ਵੀ ਅੱਧੀਆਂ ਹੋਣੀਆਂ ਚਾਹੀਦੀਆਂ ਨੇ, ਆਪਾਂ ਕਿਉਂ ਪਹਿਲੇ ਨੈਗੇਟਿਵ ਗਿਣ ਗਏ? ਮੈਨੂੰ ਲੱਗਦਾ ਹੈ ਮਰਦਾਂ ਵੱਲੋਂ ਚੁੱਕਿਆ ਹੋਇਆ ਹਰ ਕਦਮ ਜਿਹੜਾ ਹੈ ਨਾ, ਤੁਸੀਂ ਉਹਨੂੰ ਐਸੇ ਢੰਗ 'ਚ ਪੇਸ਼ ਕਰ ਦਿੰਦੇ ਹੋ ਵੀ ਬਾਕੀ ਜਿਹੜੀਆਂ ਇਸਤਰੀਆਂ ਨੇ ਨਾ ਉਹ ਸਮਝਣ ਲੱਗ ਪੈਂਦੀਆਂ ਵੀ ਡਾਕਟਰ ਹਰਸ਼ਿੰਦਰ ਕੌਰ ਨੇ ਕਿਹਾ ਸਾਡੇ ਨਾਲ ਧੱਕਾ ਹੋ ਰਿਹਾ। ਭਾਵੇਂ ਉਹਨਾਂ ਵਿਚਾਰਿਆਂ ਨੇ ਬਹੁਤ ਤਰੀਕੇ ਨਾਲ ਇਹ ਕਦਮ ਪੁੱਟਿਆ ਹੋਵੇ ਵੀ ਲੇਡੀਜ਼ ਨਹੀਂ ਆ ਰਹੀਆਂ, ਬਈ 50% ਘੱਟੋ ਘੱਟ ਚਾਹੀਦੀਆਂ ਨੇ, ਬਰਾਬਰ ਦੀ ਹੱਕਦਾਰੀ, ਇੰਝ ਵੀ ਹੋ ਸਕਦਾ ਜੀ। ਦੇਖੋ ਜੋ ਤੁਹਾਡੀ ਸੋਚਣੀ ਜੀ, ਬਿਲਕੁਲ ਮੈਂ ਤੁਸੀਂ ਆਪਣੀ ਜ਼ਰੂਰ ਸੋਚ ਨਾਲ ਹੈ, ਪਰ ਮੈਨੂੰ ਆਪਣੀ ਸੋਚ ਰੱਖਣ ਦਾ ਤਾਂ ਜ਼ਰੂਰ ਹੱਕ ਮਿਲਣਾ ਚਾਹੀਦਾ। ਮੈਂ ਤੁਹਾਨੂੰ ਇਸ ਕਰਕੇ ਕਹਿ ਰਹੀ ਹਾਂ ਕਿ ਮੈਂ ਮਨੋਵਿਗਿਆਨਿਕ ਪੱਖੋਂ ਬਹੁਤ ਇਸ ਤਰ੍ਹਾਂ ਦੇ ਨਾਲ ਫਿਰ ਚੁੱਕੀ ਹਾਂ, ਮਿਲ ਚੁੱਕੀ ਹਾਂ। ਮੈਨੂੰ ਇਹੋ ਜਿਹੇ ਮੌਕੇ ਵੀ ਦਿੱਤੇ ਗਏ ਸਨ ਕਿ ਤੂੰ ਪੋਲੀਟਿਕਲੀ ਆਓ, ਜਿਸ ਕਰਕੇ ਮੈਂ ਹੀ ਚਲੋ ਆਪਣਾ ਦੱਸ ਦਿੰਦੀ ਹਾਂ, ਬਾਕੀਆਂ ਦੇ ਤਾਂ ਮੈਂ ਉਂਗਲ ਹੀ ਨਹੀਂ ਕੱਸਦੀ ਕਿ ਮੈਂ ਆਪਣੇ ਆਪ ਨੂੰ ਪਿਛਾਂਹ ਕਿਉਂ ਖਿੱਚਿਆ ਸੀ। ਕਿਉਂਕਿ ਜਿਸ ਤਰੀਕੇ ਦੀ ਸੋਚਣੀ ਮੈਨੂੰ ਕੋਲ ਬੈਠਿਆਂ ਹੀ ਮਹਿਸੂਸ ਉਹਨਾਂ ਦੀ ਹੋਈ, ਜਾਂ ਮੈਂ ਸੁਣੇ ਜੋ ਅੱਖਰ ਸ਼ਾਇਦ ਮੇਰੇ ਕੋਲੋਂ ਬਰਦਾਸ਼ਤ ਨਹੀਂ ਸਨ ਹੋਏ। ਮੈਨੂੰ ਲੱਗਿਆ ਕਿ ਇਹ ਕਿਸੇ ਵੀ ਔਰਤ ਦਾ ਕਰੈਕਟਰ ਅਸੈਸੀਨੇਸ਼ਨ ਹੈ ਜਦੋਂ ਤੁਸੀਂ ਉਹਨੂੰ ਯਾਨੀ ਗਲਤ ਤਰੀਕੇ ਉਹਦੇ ਮੋਢੇ 'ਤੇ ਹੱਥ ਰੱਖਣਾ ਚਾਹੁੰਦੇ ਹੋ ਜਾਂ ਗਲਤ ਤਰੀਕੇ ਦੇ ਕੋਈ ਆਪਣੇ ਐਕਸ਼ਨਸ ਦਿਖਾਉਂਦੇ ਹੋ। ਇਹਦਾ ਮਤਲਬ ਤੁਸੀਂ ਇਹ ਸੋਚਦੇ ਹੋ ਕਿ ਔਰਤ ਤੁਹਾਡੇ ਅੱਗੇ ਇਸ ਪੇਸ਼ੇ ਵਿੱਚ ਆਉਣ ਲਈ ਕਿ ਸਿਰਫ ਇੱਕ ਕਾਊਚ ਦੇ ਉੱਤੇ ਪੈਣ ਲਈ ਆਈ ਹੈ। ਯਾਨੀ ਜਾਂ ਤਾਂ ਉਹ ਔਰਤ ਸਪਸ਼ਟ ਰੂਪ ਵਿੱਚ ਤੁਹਾਡੇ ਹਮੇਸ਼ਾ ਹੀ ਇਹੋ ਜਿਹਾ ਨੂੰ ਨਕਾਰਾਤਮਕ ਸੋਚ ਨੂੰ ਯਾਨੀ ਨਕਾਰੇ, ਸਰੇਆਮ ਉਹਦੇ ਖਿਲਾਫ ਬੋਲੇ, ਤਾਂ ਹੀ ਕਿ ਉਹਨਾਂ ਨੂੰ ਸਮਝ ਆਉਂਦੀ ਜੇ ਕਿ ਔਰਤ ਇਸ ਤਰੀਕੇ ਲਈ ਨਹੀਂ ਹੈ, ਕਿ ਔਰਤ ਦੀ ਇੱਜ਼ਤ ਕਰਨੀ ਇਹਨਾਂ ਨੂੰ ਘਰਾਂ ਵਿੱਚ ਸਿਖਾਈ ਨਹੀਂ ਜਾਂਦੀ। ਕਿਉਂ ਇਸ ਤਰੀਕੇ ਦੀ ਸੋਚ ਨਾਲ ਜੇ ਕਿਸੇ ਵੀ ਤੁਸੀਂ ਅਜਿਹੇ ਭਾਵੇਂ ਮੰਤਰੀ ਨੂੰ ਜਾਂ ਕਿਸੇ MLA ਨੂੰ ਜਦੋਂ ਮਿਲਣ ਜਾਂਦੇ ਹੋ, ਤੇ ਜੇ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਉੱਥੇ ਬੈਠ ਕੇ ਮੈਨੂੰ ਉੱਥੇ ਸੁਖਾਲਾ ਚੰਗਾ ਨਹੀਂ ਲੱਗਿਆ, ਕਿ ਉਹਨਾਂ ਦੀ ਸੋਚ ਮਾੜੀ ਸੀ, ਉਹਨਾਂ ਦੀ ਤੱਕਣੀ ਮਾੜੀ ਸੀ, ਉਹਨਾਂ ਦੇ ਕਮੈਂਟਸ ਮਾੜੇ ਸਨ, ਤਾਂ ਮੈਂ ਆਪਣੀ ਧੀ ਨੂੰ ਵੀ ਉੱਥੇ ਨਹੀਂ ਭੇਜਣਾ ਚਾਹਾਂਗੀ। ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਜਿੰਨਿਆਂ ਕੁ ਨਾਲ ਇਸ ਤਰ੍ਹਾਂ ਦਾ ਸਰੋਕਾਰ ਹੁੰਦਾ ਜੇ ਜੋ ਸੁਣਿਆ ਵਾਪਸ ਜਾਂਦਾ ਜੇ। ਪਰ ਉਹਦੇ ਬਾਵਜੂਦ ਮੈਂ ਫਿਰ ਵੀ ਕਹਿ ਰਹੀ ਹਾਂ, ਮੈਂ ਇਹ ਨਹੀਂ ਕਿਹਾ ਕਿ 100% ਲੋਕ ਮਾੜੇ ਨੇ, ਮੈਂ ਨਹੀਂ ਕਿਹਾ। ਸਿਰਫ ਤੁਹਾਨੂੰ ਮੈਂ ਆਪਣਾ ਹੀ ਇੱਕ ਐਗਜ਼ਾਮਪਲ ਦੇ ਕੇ ਦਿੱਤਾ ਕਿ ਮੈਂ ਬਾਕੀਆਂ ਦੀ ਗੱਲ ਹੀ ਨਹੀਂ ਕਰਦੀ। ਉਹਦੇ ਬਾਵਜੂਦ ਮੈਂ ਕਹਿੰਦੀ ਹਾਂ ਕਿ ਜੇ ਇਹਨਾਂ ਦੇ ਬਰਾਬਰ ਓਨੀਆਂ ਔਰਤਾਂ ਬੈਠੀਆਂ ਹੋਣਗੀਆਂ ਤਾਂ ਇਹ ਜੋ ਮਾੜੀ ਸੋਚ ਵਾਲੇ ਨੇ ਇਹਨਾਂ ਦੇ ਕਿਰਦਾਰ ਵੀ ਉਗਾੜੇ ਜਾਣਗੇ ਤੇ ਇਹਨਾਂ ਨੂੰ ਸਾਈਡ ਲਾਈਨ ਵੀ ਕੀਤਾ ਜਾਏਗਾ, ਤੇ ਬਾਕੀ ਸਮਾਜ ਵਿਚਲੇ ਜੋ ਚੰਗੇ ਲੋਕ ਨੇ ਉਹ ਵੀ ਚੁੱਪੀ ਤੋੜ ਕੇ ਖੜੇ ਹੋਣਗੇ ਕਿ ਹਾਂ ਜੀ ਇਹਨਾਂ ਨੂੰ ਪਾਸੇ ਕਰੋ ਤੇ ਇਹਨਾਂ ਦੀ ਥਾਂ ਤੇ ਚੰਗੇ ਲੋਕ ਆਣ। ਲੇਡੀਜ਼ ਨੂੰ ਕੌਣ ਰੋਕ ਰਿਹਾ? ਤੁਸੀਂ ਇਹ ਦੱਸਿਆ ਵੀ ਸਮਾਜ ਦੀ ਜਿਹੜੀ ਸੋਚ ਹੈ ਹਨਾ, ਉਹ ਰੋਕਦੀ ਪਈ ਹੈ, ਔਰ ਤੁਸੀਂ ਖੁਦ ਇਸ ਚੀਜ਼ ਨੂੰ ਮੰਨਦੇ ਪਏ ਹੋ ਵੀ ਜੇ ਉੱਥੇ 50% ਲੇਡੀਜ਼ ਹੋਣਗੀਆਂ ਤੇ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਉਹ ਨਹੀਂ ਆਉਣਗੀਆਂ ਹਨਾ। ਹੁਣ ਆਪਾਂ ਇੱਕ ਪਾਸੇ ਅੱਗੇ ਜਾ ਨਹੀਂ ਰਹੇ। ਜੇ ਡਾਕਟਰ ਹਰਸ਼ਿੰਦਰ ਕੌਰ ਕਹਿ ਰਹੇ ਆ ਕਿ ਮੈਂ ਪੋਲੀਟੀਕਲ ਜਗਤ ਤੋਂ ਪਾਸਾ ਇਸ ਕਰਕੇ ਵੱਟ ਲਿਆ ਕਿਉਂਕਿ ਮੈਨੂੰ ਲੱਗਿਆ ਹਨਾ, ਮੈਂ ਨਹੀਂ ਕਿਸੇ ਦੇ ਕਹੇ ਤੇ ਨਹੀਂ, ਮੈਂ ਆਪ ਸੁਣਿਆ, ਮੈਂ ਆਪ ਵੇਖਿਆ, ਮੈਂ ਆਪ ਮਹਿਸੂਸ ਕੀਤਾ, ਤਾਂ ਮੈਂ ਦੱਸ ਰਹੀ ਹਾਂ। ਨਹੀਂ ਮੈਂ ਤੁਹਾਨੂੰ ਪੁੱਛਾਂਗਾ ਨਹੀਂ ਕੌਣ ਸਾਨੂੰ, ਕਿਉਂਕਿ ਮੇਰਾ ਪ੍ਰੋਗਰਾਮ ਦਾ ਇੱਕ ਮਿਆਰ ਹੈ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹਦੇ ਵਿੱਚ ਜੇ ਆਪਾਂ ਇੱਕ ਨੂੰ ਕਰਾਂਗੇ ਤੇ ਉਹ ਫੋਕਸ ਉਹਦੇ ਉੱਪਰ ਹੋ ਜਾਏਗਾ, ਪਰ ਜੇ ਆਪਾਂ ਇਹ ਗੱਲ ਨੂੰ ਪੇਸ਼ ਕਰਾਂਗੇ ਤੇ ਬਹੁਤਿਆਂ ਦੇ ਜਿਹੜੇ ਨੇ ਉਹ ਪਾਜ ਇਸ ਤਰੀਕੇ ਸਾਹਮਣੇ ਆਉਣਗੇ। ਪਰ ਕੌਣ ਰੋਕਦਾ ਕੌਣ ਪਿਆ ਲੇਡੀਜ਼ ਨੂੰ? ਇੱਕ ਮਾਨਸਿਕਤਾ ਜਿਹੜੀ ਉਹਦੇ ਤੋਂ ਡਰੀ ਹੋਈ ਹੈ। ਦੇਖੋ ਜਦੋਂ ਕੋਈ ਇੱਕ ਐਗਜ਼ਾਮਪਲ ਇਸ ਤਰ੍ਹਾਂ ਆ ਜਾਂਦਾ ਨਾ ਤਾਂ ਵੱਡੀ ਪੱਧਰ ਤੇ ਉਹ ਜੋ ਔਰਤਾਂ ਕਿਉਂਕਿ ਸਦੀਆਂ ਤੋਂ ਹੌਲੀ-ਹੌਲੀ ਨਿਕਲ ਰਹੀਆਂ ਨੇ ਉਹ ਸੋਚ ਇਹ ਗੱਲ ਕਦੀ ਹਰਸਿਮਰਤ ਕੌਰ ਬਾਦਲ ਨੇ ਵੀ ਕਹੀ ਹੈ। ਕਿਸ ਤਰੀਕੇ ਦੀ? ਵੀ ਮੈਨੂੰ ਜਦੋਂ ਉੱਥੇ ਮੈਂ ਜਾਨੀ ਆ ਪਾਰਲੀਮੈਂਟ ਦੇ ਵਿੱਚ ਤੇ ਮੈਨੂੰ ਐਸਾ ਸ਼ਿਕਾਰ ਹੋਣਾ ਪੈ ਰਿਹਾ। ਮੈਂ ਇਸ ਤਰ੍ਹਾਂ ਨਾਲ ਮੇਰੀ ਗੱਲ ਹੁਣ ਜੇ ਲੇਡੀਜ਼ ਉਸ ਵਿੱਚੋਂ ਨਿਕਲਣਗੀਆਂ, ਉਸ ਦਾਇਰੇ ਵਿੱਚੋਂ ਅੱਗੇ ਜਾਣਗੀਆਂ ਤਾਂ ਹੀ ਕੋਈ ਵਰਕ ਕਰਨਗੀਆਂ ਨਾ। ਹੁਣ ਅਸੀਂ ਕੁਝ ਕੁ ਲੋਕਾਂ ਦੇ ਕਮੈਂਟਸ ਤੋਂ ਹੀ ਆਪਣੇ ਆਪ ਨੂੰ ਦਬਾ ਲਵਾਂਗੇ? ਨਹੀਂ ਮੈਂ ਕਮੈਂਟਸ ਦੀ ਗੱਲ ਨਹੀਂ ਕਰ ਰਹੀ, ਮੈਂ ਤਾਂ ਮਾਨਸਿਕਤਾ ਤੇ ਹੈ ਨਾ।
ਉਹ ਮਾਨਸਿਕਤਾ ਜਿਹੜੀ ਉਹਨਾਂ ਦੀ ਕੰਮ ਕਰਦੀ। ਫਿਰ ਲੇਡੀਜ਼ ਦਾ ਅੱਗੇ ਨਾ ਜਾਣ ਦਾ ਕਾਰਨ ਕੀ ਹੈ ਪੋਲੀਟੀਕਲ? ਜੀ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਔਰਤ ਹੌਲੀ ਹੌਲੀ ਆਪਣੇ ਉਸ ਦਹਲੀਜ਼ ਤੋਂ ਲੰਘਣ ਲੱਗੀ ਜੇ। ਮੈਨੂੰ ਅੱਜ ਦੇ ਦਿਹਾੜੀ ਵੀ ਮੈਂ ਤੁਹਾਨੂੰ ਇੱਕ ਸਵਾਲ ਤੁਹਾਨੂੰ ਹੀ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਮੈਂ ਦੱਸ ਦਿਆਂ ਵੀ ਉਹਨਾਂ ਸਮਿਆਂ ਵਿੱਚ, ਉਹ ਤਾਂ ਬਹੁਤ ਪੁਰਾਣੇ ਸਮੇਂ ਨੇ, ਵੀ ਬੁੱਧ ਦਾ ਦਿਲ ਕੀਤਾ ਮੈਂ ਨਿਕਲ ਚੱਲਿਆ ਜੀ, ਮੈਂ ਤਾਂ ਆਪਣੇ ਕੰਮ ਕਰਨ ਨੂੰ ਚੱਲਿਆ, ਔਰਤ ਘਰ ਸੁੱਤੀ ਹੈ, ਬੱਚਾ ਛੱਡਿਆ, ਮੈਂ ਚਲਾ ਗਿਆ, ਤੇ ਵਾਪਸ ਉਹ ਇੰਨੇ ਸਾਲਾਂ ਬਾਅਦ ਆਇਆ ਤੇ ਲੋਕਾਂ ਨੇ ਕਿਸ ਤਰੀਕੇ ਉਹਨੂੰ ਲਿਆ। ਮੈਂ ਹੁਣ ਅੱਜ ਕਹਿੰਦੀ ਅੱਜ ਦੇ ਦਿਨ, ਉਹ ਤਾਂ ਬਹੁਤ ਪੁਰਾਣਾ ਸਮਾਂ ਸੀ, ਅੱਜ ਦੇ ਦਿਨ ਔਰਤ ਸੁੱਤੇ ਪਤੀ ਨੂੰ ਛੱਡ ਕੇ ਨਿਕਲ ਜਾਂਦੀ ਹੈ ਤੇ ਆਪਣਾ ਆਉਂਦੀ ਜੇ 15 ਸਾਲਾਂ ਬਾਅਦ ਕਿ ਮੈਂ ਰੱਬ ਦਾ ਨਾਂ ਲੈ ਕੇ ਵਾਪਸ ਮੁੜੀ, ਮੈਨੂੰ ਦੱਸ ਦੇਣਾ ਸਮਾਜ ਉਹਨੂੰ ਕਿਸ ਤਰੀਕੇ ਗ੍ਰੀਟ ਕਰਦਾ ਜੀ। ਸਾਡੇ ਤਾਂ ਉਹਨਾਂ ਸਮਿਆਂ ਵਿੱਚ ਵੀ ਸੀਤਾ ਨੂੰ ਵਾਪਸ ਆਈ ਨੂੰ ਕਹਿ ਦਿੱਤਾ ਸੀ ਵੀ ਤੂੰ ਤਾਂ ਜੀ ਇੱਕ ਧੋਬੀ ਵੀ ਕਹਿ ਦੇਗਾ ਤੇ ਤੂੰ ਅਗਨ ਪ੍ਰੀਖਿਆ ਕਰੇਂਗੀ। ਤਾਂ ਅੱਜ ਦੇ ਦਿਨ ਮੈਨੂੰ ਦੱਸ ਦਿਓ ਕਿ ਜੇ ਔਰਤ ਚੁੱਕੀ ਹੋਈ ਵਾਪਸ ਆਂਦੀ ਜੇ ਤਾਂ ਉਹਨੂੰ ਕਿਸ ਤਰੀਕੇ ਸਮਾਜ ਵੇਖਦਾ ਜੇ। ਮੈਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਦੀ ਹਾਂ ਕਿ ਸਮਾਜ ਦਾ ਸੱਚ ਵੇਖੋ। ਜੇ ਤੁਸੀਂ ਚੰਗੇ ਹੋ, ਤੁਹਾਡੀ ਨੀਅਤ ਚੰਗੀ ਹੈ, ਤੁਹਾਡਾ ਦਿਲ ਸਾਫ਼ ਹੈ, ਤੁਹਾਨੂੰ ਸਮਾਜ ਬਹੁਤ ਸੋਹਣਾ ਸਾਫ਼ ਦਿਖਦਾ ਹੈ। ਨਹੀਂ ਉਹ ਜੇ ਤੁਸੀਂ ਐਗਜ਼ਾਮਪਲ ਦਿੱਤੀ ਠੀਕ ਹੈ। ਹੁਣ ਜੇ ਮੰਨ ਲਓ ਆਪਾਂ ਇੱਕ ਪੱਖ ਵੀ ਲੈ ਲਈਏ, ਬੇਦਾਵੇ ਨੂੰ ਲੈ ਕੇ ਵੀ ਭਾਵੇਂ ਅਨੇਕ ਪ੍ਰਕਾਰ ਦੀਆਂ ਵਿਚਾਰਾਂ ਨੇ, ਹੈ ਨਾ। ਹਿਸਟਰੀ ਦੇ ਵਿੱਚ ਐਸਾ ਹੁੰਦਾ, ਕੁਝ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਗਏ ਸੀ, ਕੁਝ ਦਾ ਐਸਾ ਲਿਖਣਾ ਹੈ ਕਿ ਜਿਹੜੇ ਸਰਸਾ ਦੇ ਵਿੱਚ ਰੁੜ ਗਏ ਸੀ ਉਹਨਾਂ ਨੂੰ ਬੇਦਾਵੀਏ ਕਿਹਾ ਗਿਆ, ਕਈਆਂ ਨੇ ਕਿਹਾ ਬੇਦਾਵਾ ਲਿਖਿਆ ਨਹੀਂ ਗਿਆ। ਪਰ ਹਿਸਟਰੀ ਦੇ ਵਿੱਚ ਇਹ ਪੱਖ ਬੜਾ ਮਜ਼ਬੂਤੀ ਦੇ ਨਾਲ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਕੁਝ ਸੱਜਣ ਗਏ ਸੀ, ਬੀਬੀਆਂ ਨੇ ਅਗਵਾਈ ਕੀਤੀ ਹੈ ਔਰ ਸਿੰਘਾਂ ਨੇ ਉਸ ਅਗਵਾਈ ਨੂੰ ਕਬੂਲਿਆ ਹੈ। ਮੈਂ ਜੀ ਹੁਣ ਵੀ ਉਸੇ ਤਿਆਰੀ ਸਾਂ ਜਦੋਂ ਤੁਸੀਂ ਗੱਲ ਕੀਤੀ ਵੀ ਮੈਂ ਅੱਜ ਵੀ ਇਹੀ ਸੋਚ ਨਾਲ ਹਾਂ ਕਿ ਇਹ ਹੌਲੀ ਹੌਲੀ ਅਸੀਂ ਛੱਡੀਏ, ਇਹ ਸੋਚ ਨੂੰ ਅਸੀਂ ਹੀ ਤਬਦੀਲ ਕਰ ਸਕਦੇ ਹਾਂ। ਜਦ ਤੱਕ ਅਸੀਂ ਅਗਾਂਹ ਨਹੀਂ ਔਰਤਾਂ ਲਿਆਵਾਂਗੇ ਇਹ ਸੋਚ ਤਬਦੀਲ ਹੋਣੀ ਨਹੀਂ। ਸੋ ਲੋੜ ਅੱਜ ਵੀ ਉਹੀ ਹੈ ਕਿ ਔਰਤਾਂ ਇਸ ਸੰਘਰਸ਼ ਨੂੰ ਜਾਰੀ ਰੱਖਣ, ਅਗਾਂਹ ਆਉਣ। ਮੈਂ ਤਾਂ ਹਰ ਫੀਲਡ ਵਿੱਚ ਕਹਿੰਦੀ ਹਾਂ ਕਿ ਅਗਾਂਹ ਆਉਣ ਤੇ ਤਾਂ ਹੀ ਤਬਦੀਲੀ ਸੰਭਵ ਹੈ। ਜਿੱਥੋਂ ਤੱਕ ਗੱਲ ਇਸ ਤਰੀਕੇ ਦੀ, ਕਿਉਂਕਿ ਸੋਚ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਸਮਾਜ ਪਿਛਾਂਹ ਨੂੰ ਖਿੱਚਦਾ ਹੈ, ਉਹਦੇ ਬਾਵਜੂਦ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਵਿੱਚ ਬੱਚੀ ਨੇ ਹੀ ਉੱਥੇ ਚੋਣਾਂ ਜਿੱਤੀਆਂ, ਅੱਗੇ ਆਈ। ਕੋਈ ਘੱਟ ਨਹੀਂ ਹੈ ਇਹ ਗਿਣਤੀ ਇਸ ਵੇਲੇ ਬਹੁਤ ਸਾਰੇ ਘਰਾਂ ਦੇ ਵਿੱਚ, ਬਲਕਿ ਵੱਡੀ ਗਿਣਤੀ ਘਰਾਂ 'ਚ ਉਹਨੂੰ ਕਮੈਂਟਸ ਬਹੁਤ ਆਏ ਹੋਣਗੇ। ਬਿਲਕੁਲ ਆਏ ਹੋਣਗੇ, ਨੈਚੁਰਲੀ ਗੱਲ ਆਏ ਹੋਣਗੇ, ਪਰ ਜੋ ਕਮੈਂਟਸ ਵੱਲ ਦੇਖਣ ਲੱਗ ਪੈਂਦੀ ਸ਼ਾਇਦ ਆਪਣੀ એનર્ਜੀ। ਹੁਣ ਮੈਂ ਤੇ ਕਈ ਵਾਰੀ ਦੇਖੋ ਇਹ ਗੱਲ ਕਹਿਣਾ ਹੁੰਦਾ ਮੀਡੀਆ ਤੇ ਕਿਸ ਤਰੀਕੇ ਨਾਲ ਲਿਆ ਜਾਵੇਗਾ। ਜੇ ਸੁਖਬੀਰ ਬਾਦਲ ਆਪਣੀ ਵੀਡੀਓ ਦੇ ਹੇਠਾਂ ਕਮੈਂਟਸ ਪੜਨ ਲੱਗ ਪਏ ਨਾ ਤੇ ਬਹੁਤ ਇਹਨਾਂ ਨੂੰ ਅਮਲੀ ਤੇ ਬੜਾ, ਉਹ ਤੇ ਅਗਾਂਹ ਇਲੈਕਸ਼ਨ ਨਹੀਂ ਲੜ ਸਕਦਾ, ਹੈ ਨਾ, ਪਰ ਉਹ ਕਮੈਂਟਸ ਨਹੀਂ ਦੇਖੇਗਾ, ਉਹ ਦੇਖੇਗਾ। ਸੋ ਇਸ ਕਰਕੇ ਲੇਡੀਜ਼ ਨੂੰ ਫੇਸਬੁੱਕ ਕਮੈਂਟਸ ਤੱਕ ਸੀਮਤ ਨਾ ਕਰੋ। ਨਹੀਂ ਮੈਂ ਹਰ ਤਰ੍ਹਾਂ ਦਾ ਕਮੈਂਟਸ ਦੇਖ ਰਿਹਾ ਹਾਂ। ਡਾਇਰੈਕਟ ਜਦੋਂ ਬੈਠ ਕੇ ਤੁਸੀਂ ਦੇਖਦੇ ਹੋ, ਕੁਝ ਕਮੈਂਟਸ ਐਸੇ ਨੇ ਜਿਹੜੇ ਬਿਲਕੁਲ ਸਾਇਲੈਂਟ ਨੇ, ਜਿਹਨੂੰ ਤੁਸੀਂ ਇੱਕ ਸ਼ਬਦ ਵਰਤਿਆ ਵੀ ਅੱਖਾਂ ਨਾਲ ਬਲਾਤਕਾਰ, ਹੈ ਨਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇਹੋ ਜਿਹੇ ਕਮੈਂਟਸ ਲਈ ਮੈਂ ਕਦੇ ਵੀ ਕਿਸੇ ਨੂੰ ਨਹੀਂ ਕਹੂੰਗੀ, ਮੈਂ ਕਹੂੰਗੀ ਵੀ ਤੁਸੀਂ ਬੱਚੀਆਂ ਨੂੰ ਵੀ ਹਾਥੀ ਬਣ ਕੇ ਲੰਘੋ, ਕੁੱਤੇ ਭੌਂਕਦੇ ਨੇ, ਭੌਂਕੀ ਜਾਣ ਦਿਓ, ਲੰਘ ਜਾਓ। ਇਹੋ ਜਿਹੇ ਕਮੈਂਟਸ ਲਈ ਮੈਂ ਕਦੇ ਕਿਸੇ ਔਰਤ ਨੂੰ ਅਗਾਂਹ ਲੰਘਣ ਤੋਂ ਨਹੀਂ ਰੋਕ ਰਹੀ। ਮੈਂ ਸਗੋਂ ਕਹਿ ਰਹੀ ਹਾਂ ਕਿ ਜਿਹੜੇ ਇਹੋ ਜਿਹੀ ਸੋਚ ਵਾਲੇ ਉੱਥੇ ਕੁਰਸੀਆਂ ਸਾਂਭੀ ਬੈਠੇ ਨੇ, ਇਹ ਅਸੈਂਬਲੀ ਵਿੱਚ ਜੇ ਉਹਨਾਂ ਦੀ ਥਾਂ ਤੇ ਇੱਕ ਔਰਤ ਬੈਠੇਗੀ, ਇਸ ਸੋਚ ਨੂੰ ਨਕਾਰੇਗੀ ਕਿ ਤੂੰ ਇਹਦੇ ਬਾਰੇ ਮਾੜਾ ਸੋਚਦਾ ਤਾਂ ਸੋਚੀ ਚੱਲ। ਪਰ ਮੈਂ ਸਿਰਫ ਅਗਵਾਈ ਕਰਨ ਲਈ ਬੈਠੀ ਹਾਂ ਤੇ ਮੈਂ ਸਹੀ ਸੇਧ ਦੇਣਾ ਚਾਹੁੰਦੀ ਹਾਂ ਜਾਂ ਆਪਣੀ ਅਕਲ ਨੂੰ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਇਹ ਮੈਂ ਪੋਜ਼ਿਟਿਵ ਚੀਜ਼ਾਂ ਕਰਨੀਆਂ ਚਾਹੁੰਦੀ ਹਾਂ। ਤਾਂ ਔਰਤ ਕੋਲ ਬਹੁਤ ਕੁਛ ਹੈ ਜਰਨ ਨੂੰ, ਉਹ ਜਰ ਵੀ ਜਾਂਦੀ ਹੈ ਤੇ ਅਗਾਂਹ ਕੁਰਬਾਨ ਹੋ ਜਾਣ ਤੱਕ ਆਪਾ ਤੱਕ ਵਾਰ ਜਾਂਦੀ ਹੈ। ਜੇ ਮੈਂ ਅੱਜ ਦੇ ਦਿਹਾੜੀ ਵੀ, ਤੁਹਾਨੂੰ ਲੱਗੇਗਾ ਅਜੀਬ, ਪਰ ਮੈਂ ਅੱਜ ਦੀ ਦਿਹਾੜੀ ਕਹਿਣਾ ਚਾਹੁੰਦੀ ਹਾਂ ਸਿਰਫ ਇੱਕ ਵਾਰ ਜੇ ਪੰਜਾਬ ਦੀ ਵਾਗਡੋਰ ਇੱਕ ਵਾਰ ਮੈਂ ਕਹਿੰਦੀ ਹਾਂ ਔਰਤਾਂ ਦੇ ਹੱਥ ਫੜਾ ਦਿਓ, ਵੇਖੋ ਤਾਂ ਸਹੀ। ਤੁਸੀਂ 70 ਸਾਲ ਦੇਖ ਲਿਆ, ਇਹ ਤੇ ਉਹ ਹੋ ਗਿਆ ਨਾ ਭੈਣ ਜੀ। ਮੈਂ ਆਪਣੀ ਕਾਬਲੀਅਤ ਨਾਲ ਚੈਨਲ ਤੇ ਆਵਾਂ, ਮੈਂ ਕਹਾਂ ਵੀ ਇੱਕ ਵਾਰੀ ਮੈਨੂੰ ਕੋਈ ਚੈਨਲ ਤੇ ਬਿਠਾ ਦੇਵੇ ਨਾ, ਫਿਰ ਮੈਂ ਪ੍ਰੋਗਰਾਮ ਕਰਾਂ। ਨਹੀਂ, ਮੈਂ ਇਹ ਕਿਉਂ ਨਹੀਂ ਕਹਿੰਦਾ ਕਿ ਮੈਂ ਆਪਣੀ ਕਾਬਲੀਅਤ ਦੇ ਨਾਲ ਚੈਨਲ ਦੇ ਉੱਪਰ ਆਵਾਂ। ਇੱਕ ਵਾਰੀ ਮੈਨੂੰ ਕੋਈ ਬਿਠਾ ਦੇਵੇਗਾ, ਜੇ ਮੇਰੇ ਪ੍ਰੋਗਰਾਮ 'ਚ ਦਮ ਨਾ ਹੋਇਆ, ਸੈਕਿੰਡ ਟਾਈਮ ਮੈਨੂੰ ਕੌਣ ਦੇਖੇਗਾ। ਸੋ ਇਸ ਕਰਕੇ ਸਾਨੂੰ ਇਹ ਸਦਾ ਹੀ ਅਸੀਂ ਕਿਉਂ ਸੋਚਦੇ ਹਾਂ ਵੀ ਲੇਡੀਜ਼ ਨੂੰ ਵਾਂਗਡੋਰ ਕਿਤੇ ਇੱਕ ਵਾਰੀ ਸੰਭਾਲ ਦਿੱਤੀ ਜਾਵੇ ਤਾਂ ਰਿਜ਼ਲਟ ਅੱਛੇ ਆਉਣਗੇ। ਅਸੀਂ ਇਹ ਕਿਉਂ ਨਹੀਂ ਕਹਿੰਦੇ ਲੇਡੀਜ਼ ਅੱਗੇ ਆਉਣ। ਹਾਂਜੀ, ਉਹੀ ਜੇ ਪੁਰਸ਼ ਪ੍ਰਧਾਨ ਸਮਾਜ ਅੱਗੇ ਹੈ, 5 ਵਾਰੀ ਬਾਦਲ ਮੁੱਖ ਮੰਤਰੀ ਬਣ ਗਿਆ ਹੈ, ਤੇ ਇਸ ਤੋਂ ਬਾਅਦ ਦੂਜੀ ਵਾਰੀ ਦੇਖਣਾ ਪਏਗਾ ਵੀ ਲੇਡੀਜ਼ ਕਿੰਨੀ ਵਾਰੀ ਮੁੱਖ ਮੰਤਰੀ ਬਣੀਆਂ। ਜੇ ਨਹੀਂ ਬਣੀਆਂ ਤਾਂ ਕਾਰਨ ਕੀ ਰਹਿ ਗਿਆ ਜੀ? ਕਾਰਨ ਇਹ ਕਿ ਇਸ ਵੇਲੇ ਵੀ ਜਿਸ ਵੱਡੀ ਪੱਧਰ ਤੇ ਇੱਥੇ ਪੈਸਾ ਵਰਤਿਆ ਜਾਂਦਾ। ਮੈਂ ਸਾਰੀਆਂ ਗੱਲਾਂ ਸਹਿਮਤ ਹਾਂ। ਨਹੀਂ, ਜੇ ਪੈਸਾ ਵਰਤਿਆ ਜਾਂਦਾ, ਲੇਡੀਜ਼ ਕਿਉਂ ਨਹੀਂ ਪੈਸਾ ਵਰਤ ਸਕਦੀਆਂ? ਜੇ ਵੰਡਣ ਤੋਂ ਹੀ ਉੱਪਰ ਆ ਗਏ ਤੇ ਵੰਡਣ ਤੋਂ ਕੋਈ ਵੀ ਵੰਡ ਸਕਦਾ ਹੈ। ਹਾਂਜੀ, ਪਰ ਕਿਹੜੀ ਲੇਡੀ ਇਸ ਵੇਲੇ ਅਸੀਂ ਕਹਿ ਰਹੇ ਹਾਂ ਕਿ ਉਹ ਇੰਡੀਪੈਂਡੈਂਟ ਇੰਨੀ ਵੱਡੀ ਪੱਧਰ ਤੇ ਕਿੰਨੀਆਂ ਕੁ ਗਿਣ ਸਕੋਗੇ ਜਿਹੜੀਆਂ ਆਪਣੇ ਆਪ 'ਚ ਇੰਨੀ ਵੱਡੀ ਪੱਧਰ ਤੇ
ਆਪਣੀ ਹਸਬੈਂਡ ਦੀ ਪੂਰੀ ਫੈਮਿਲੀ ਨਾਲ ਲੜ ਪਏ ਤੇ ਉਹ ਕਹਿਣਗੀਆਂ ਕਿ ਮੈਂ ਇੰਨੇ ਕਰੋੜ ਆਪਣੇ ਤੇ ਲਾ ਕੇ ਜਾਣਾ ਚਾਹੁੰਦੀ ਹਾਂ, ਤੇ ਉਹ ਟੱਬਰ ਅਲਾਓ ਕਰੇਗਾ? ਕਿੰਨੇ ਕੁ ਹੋਣਗੇ? ਬਹੁਤ ਥੋੜੇ ਨੇ ਜਿਹੜੇ ਕਹਿਣਗੇ ਵੀ ਸਾਡਾ ਪੁੱਤਰ ਘਰ ਟਿਕਦਾ ਤੇ ਤੂੰ ਜਾ ਕੇ ਅੱਗੇ ਸਾਂਭ, ਤੇ ਇੰਨਾ ਪੈਸਾ ਅਸੀਂ ਤੇਰੇ ਤੇ ਇਨਵੈਸਟ ਕਰਦੇ ਹਾਂ। ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੀ ਥੋੜੀਆਂ ਹੋਣਗੀਆਂ, ਪਰ ਇਹ ਨਹੀਂ ਕਹਿ ਸਕਦੇ ਕਿ ਨਹੀਂ। ऐसा हो गया, ਤਬਦੀਲੀ ਆਈ ਹੈ, ਲੜਕੀਆਂ ਅੱਗੇ ਆਈਆਂ ਨੇ। ਕਿਤੇ ਨਾ ਕਿਤੇ ਦੇਖੋ, ਤੁਸੀਂ ਸ਼ਬਦ ਵਰਤਿਆ ਸੀ ਬਗਾਵਤੀ ਸੁਰਾਂ ਲਾ ਕੇ ਵੀ ਅੱਗੇ ਜਾਣਾ ਪੈਂਦਾ ਕਿ ਮੈਂ ਮਮਾ ਐਸਾ ਨਹੀਂ, ਮੈਂ ਪੋਲੀਟੀਕਲੀ ਅੱਗੇ ਵਧਾਂਗੀ। ਜੇ ਮੇਰੇ ਪਾਪਾ ਇਸ ਚੀਜ਼ ਦੇ ਵਿੱਚ ਪਿੱਛੇ ਰਹਿ ਗਏ ਤਾਂ ਮੈਂ ਅੱਗੇ ਆਵਾਂਗੀ। ਠੀਕ ਹੈ, ਹੋ ਸਕਦਾ ਮੇਰੀ ਬੇਟੀ ਕੱਲ ਨੂੰ ਆ ਕੇ ਵੀ ਜੇ ਮੇਰੇ ਪਾਪਾ ਇੱਕ ਐਂਕਰ ਨੇ, ਮੈਂ ਕੱਲ ਨੂੰ ਆਪਣਾ ਚੈਨਲ ਖੜਾ ਕਰਾਂਗੀ, ਤੇ ਇਹਦੇ ਵਿੱਚ ਮਾੜਾ ਕੀ ਹੈ? ਬੇਟੀਆਂ ਨੂੰ ਅੱਗੇ ਆਉਣਾ ਚਾਹੀਦਾ। ਪਰ ਜੋ ਇੱਕੋ ਗੱਲ ਸੋਚੀ ਜਾਏਗੀ ਮੇਰੇ ਪਾਪਾ ਨੂੰ ਕਮੈਂਟਸ 'ਚ ਕਿਹਾ ਜਾਂ ਮੇਰੇ ਪਾਪਾ ਦੇ ਪ੍ਰਤੀ ਆਹ ਗੱਲ ਆਈ ਸੀ, ਸੋ ਮੁੱਕਦੀ ਗੱਲ ਇਹ ਹੈ ਵੀ ਲੇਡੀਜ਼ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਦੀ ਉਹ ਚੀਜ਼ ਨੂੰ ਜਗਾਉਣਾ ਪੈਣਾ। ਭੈਣ ਜੀ ਬਿਲਕੁਲ ਜਗਾਉਣਾ ਪੈਣਾ, ਪਰ ਉਸ ਤੋਂ ਪਹਿਲਾਂ ਇੱਕਜੁੱਟ ਆਪਣੇ ਆਪ ਨੂੰ ਇੱਕ ਵਾਰੀ ਉੱਥੇ ਜੈਂਡਰਲੈਸ ਬਣਾ ਕੇ ਅੱਗੇ ਚੱਲਣਾ ਪੈਣਾ ਵੀ ਮੈਂ ਹਾਂਜੀ। ਪਰ ਉਹਦੇ ਲਈ ਪਹਿਲਾਂ ਲੋੜ ਹੈ ਕਿ ਉਹਦੀ ਸਪੋਰਟ ਬਣਨ ਹੋਰ ਬੱਚੀਆਂ, ਇੱਕ ਦੂਜੇ ਨਾਲ ਬਾਹਾਂ ਫੜ ਕੇ ਤੁਰਨੀਆਂ ਸ਼ੁਰੂ ਹੋਣ, ਤਾਂ ਹੀ ਅਸੀਂ ਵੱਡੀ ਗਿਣਤੀ ਇੱਕ ਸੀਕੁਐਂਸ ਸ਼ੁਰੂ ਕਰ ਸਕਾਂਗੇ, ਸੀਰੀਜ਼ ਬਣਾ ਸਕਾਂਗੇ। ਹਾਂਜੀ, ਇੱਕ ਗਈ ਤਾਂ ਦੂਸਰੀ ਨੂੰ ਵੀ ਆਉਣਾ ਚਾਹੀਦਾ, ਤੀਸਰੀ ਨੂੰ ਵੀ ਆਉਣਾ ਚਾਹੀਦਾ। ਯਾਨੀ ਇੱਕ ਰਾਹ, ਜਿਵੇਂ ਫਰਜ਼ ਕਰੋ ਮਿਸਾਲ ਵਜੋਂ ਕੁਸ਼ਤੀ ਵਿੱਚ ਇੱਕ ਜੇ ਪਹਿਲੀ ਬੱਚੀ ਜਾਂਦੀ ਹੈ, ਉਂਗਲਾਂ ਚੁੱਕੀਆਂ ਜਾਂਦੀਆਂ ਨੇ, ਪਰ 10 ਅੱਗੋਂ ਦੇ ਮਗਰ ਤੁਰਨਗੀਆਂ ਤਾਂ ਫਿਰ ਨਹੀਂ ਹੁੰਦੀਆਂ। ਇਸੇ ਤਰ੍ਹਾਂ ਇੱਕ ਤੇ ਜ਼ਰੂਰ ਚੁੱਕੀਆਂ ਜਾਣਗੀਆਂ, ਪਰ ਮੈਂ ਚਾਹੁੰਦੀ ਹਾਂ ਲੜੀ ਤਿਆਰ ਹੋਵੇ ਕਿ ਇੱਕ ਨੂੰ ਦੇਖ ਕੇ ਦੂਜਾ, ਫਿਰ ਤੀਜੀ, ਫਿਰ ਚੌਥੀ। ਪਰ ਇਸ ਵੇਲੇ ਸਿਆਸਤ ਵਿੱਚ ਕੁੜੀਆਂ ਨੂੰ ਜ਼ਰੂਰ ਆਉਣਾ ਚਾਹੀਦਾ, ਬਲਕਿ ਸਿਆਸਤ ਨਹੀਂ, ਜਿਹੜੀ ਧਰਮ ਦੇ ਵਿੱਚ ਇੱਕ ਲਕੀਰ ਖਿੱਚੀ ਹੈ, ਮੇਰੇ ਹਿਸਾਬ ਨਾਲ ਬੜਾ ਉਹ ਪਛੜੀ ਹੋਈ ਸੋਚ ਹੈ ਕਿ ਤੁਸੀਂ ਇਹ ਸਪਸ਼ਟ ਰੂਪ ਤੇ ਸਾਹਮਣੇ ਕਹਿ ਦੇਣਾ ਕਿ ਮਾਹਵਾਰੀ ਆਉਂਦੀ ਹੈ ਇਸ ਕਰਕੇ ਉਹ ਅਪਵਿੱਤਰ ਨੇ, ਆ ਨਹੀਂ ਸਕਦੀਆਂ। ਸਨ 2020 ਵਿੱਚ ਜੇ ਅਸੀਂ ਇਸ ਸੋਚ ਨਾਲ ਉੱਥੇ ਬਿਠਾਏ ਨੇ, ਤੇ ਮੈਂ ਆਪਣੇ ਕੰਨੀ ਸੁਣਿਆ, ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਜਿਨ੍ਹਾਂ ਨੂੰ ਮੈਂ ਸਵਾਲ ਪੁੱਛਿਆ ਸੀ ਕਿ ਤੁਸੀਂ ਕਿਉਂ ਰੋਕਿਆ ਹੋਇਆ ਇੱਥੇ, ਔਰਤ ਕਿਉਂ ਦਰਬਾਰ ਸਾਹਿਬ ਦੇ ਵਿੱਚ ਨਹੀਂ ਕੀਰਤਨ ਕਰ ਸਕਦੀ? ਜੋ ਮੈਂ ਸੁਣਿਆ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ ਕਿ ਤੂੰ ਕੀ ਚਾਹੁੰਦੀ ਹੈ ਕਿ ਇੱਥੇ ਨਾਜਾਇਜ਼ ਔਲਾਦਾਂ ਪੈਦਾ ਹੋਣ? ਮੈਨੂੰ ਇਸ ਗੱਲ ਦਾ ਮਤਲਬ ਸਮਝਾ ਦਿਓ, ਕੀ ਕਹਿਣਾ ਚਾਹੁੰਦੇ ਸੀ? ਕਿ ਜਿਹੜੇ ਹੁਣ ਕੀਰਤਨ ਕਰਦੇ ਨੇ ਉਹਨਾਂ ਦੀ ਸੋਚ ਅਜਿਹੀ ਹੈ, ਜਾਂ ਕੀ ਕਹਿਣਾ ਇਹਦਾ ਮਤਲਬ ਕੀ ਸੀ ਕਿ ਉਹਨਾਂ ਦੀ ਆਪਣੀ ਸੋਚ ਮਾੜੀ ਹੈ ਜਾਂ ਕੀਰਤਨ ਕਰਨ ਵਾਲਿਆਂ ਦੀ ਸੋਚ ਮਾੜੀ ਹੈ? ਜਿੱਥੇ ਇੱਕ ਔਰਤ ਬੈਠੇਗੀ ਤਾਂ ਸਿਰਫ ਨਾਜਾਇਜ਼ ਔਲਾਦ ਦਿਸਦੀ ਹੈ। ਯਾਨੀ ਇਹੋ ਜਿਹੀਆਂ ਗੱਲਾਂ ਜਿਸ ਨੇ ਸੁਣੀਆਂ ਹੋਣ, ਮੈਂ ਸੁਣੀਆਂ, ਮੈਂ ਜਵਾਬ ਵੀ ਦਿੱਤਾ, ਤੇ ਉਹ ਕੋਈ ਛੋਟੀ ਥਾਂ ਨਹੀਂ ਸੀ ਜਿੱਥੇ ਮੈਨੂੰ ਕਿਹਾ ਗਿਆ। ਮੀਡੀਆ ਦਾ ਇੱਕ ਪ੍ਰੋਪਰ ਉਹਨਾਂ ਦੇ ਆਰਗੇਨਾਈਜ਼ਡ ਪ੍ਰੋਗਰਾਮ ਸੀ ਜਿੱਥੇ ਸਟੇਜ ਤੇ ਬੈਠਿਆ ਮੈਨੂੰ ਇਹ ਸੁਣਨਾ ਪਿਆ। ਤਾਂ ਮੈਂ ਤੁਹਾਨੂੰ ਤਾਂ ਇਹ ਗੱਲਾਂ ਸਾਂਝੀਆਂ ਕਰ ਰਹੀ ਹਾਂ ਕਿ ਇਹ ਸਾਰੀਆਂ ਗੱਲਾਂ ਜੋ ਅੰਦਰ ਖਾਤੇ ਉਹਨਾਂ ਦਾ ਦਿਮਾਗ ਕੀ ਸੋਚਦਾ, ਕਿਸ ਹੱਦ ਤੱਕ ਉਹਨਾਂ ਦੀ ਗਿਰੀ ਹੋਈ ਸੋਚ ਹੈ, ਉਹਨੂੰ ਦੂਰ ਕਰਨ ਲਈ ਕਿਸੇ ਪੱਧਰ ਤੇ ਤਾਂ ਇੱਕ ਵਾਰ ਨਹੀਂ, 2 ਵਾਰ ਨਹੀਂ, ਘੱਟੋ ਘੱਟ 30 ਵਾਰ ਰਿਪਰੈਜ਼ੈਂਟੇਸ਼ਨ ਗਈ ਹੈ ਕਿ ਦਰਬਾਰ ਸਾਹਿਬ ਵਿੱਚ ਔਰਤਾਂ ਦਾ ਕਿਉਂ ਨਹੀਂ ਆਖਰ ਕੀਤਾ ਜਾ ਸਕਦਾ, ਉੱਥੇ ਉਹ ਕਿਉਂ ਨਾ ਕਰਨ। ਹਰ ਵਾਰ ਇੱਕੋ ਹੀ ਜਵਾਬ ਕਿ ਉਹ ਅਪਵਿੱਤਰ ਨੇ। ਭਾਈ ਤੁਸੀਂ ਕਿਹਦੇ ਕੁੱਖੋਂ ਜੰਮੇ ਹੋ? ਜੇ ਉਹ ਅਪਵਿੱਤਰ ਨੇ ਤਾਂ ਫਿਰ ਤੁਸੀਂ ਉਸ ਤੋਂ ਬਾਅਦ, ਉਹ ਤੁਹਾਡੇ ਅੰਦਰ ਹਿੱਸਾ ਹੈ, ਉਹਦਾ ਐਕਸ ਕ੍ਰੋਮੋਸੋਮ ਤੁਹਾਡੇ ਵਿੱਚ ਹੈ, ਤੁਸੀਂ ਵੀ ਉਨਾ ਹੀ ਹੋ। ਤੁਹਾਡੇ ਅੰਦਰ ਵੀ ਅਪਵਿੱਤਰਤਾ ਹੈ ਨਾ, ਫਿਰ ਤੁਸੀਂ ਕਿਵੇਂ ਉੱਥੇ ਅੰਦਰ ਵੜ ਸਕਦੇ ਹੋ? ਜੇ ਔਰਤ ਦੇ ਕੁੱਖੋਂ ਜੰਮੇ ਨਾ ਹੁੰਦੇ ਤੁਸੀਂ ਉੱਥੇ ਬੈਠ ਕਿਵੇਂ ਜਾਂਦੇ? ਤੇ ਜੇ ਉਹ ਨਾਜਾਇਜ਼ ਔਲਾਦ ਹੋ ਤਾਂ ਫਿਰ ਤਾਂ ਤੁਸੀਂ ਬਿਲਕੁਲ ਹੀ ਨਹੀਂ ਜਾ ਸਕਦੇ, ਤੇ ਜੇ ਜਾਇਜ਼ ਹੋ ਤਾਂ ਫਿਰ ਮੈਨੂੰ ਦੱਸੋ ਕਿ ਤੁਹਾਡੀ ਮਾਂ ਪਵਿੱਤਰ ਕਿਵੇਂ ਹੈ? ਤੇ ਇਹਦਾ ਮਤਲਬ ਕੀ ਹੋਇਆ ਵੀ ਉੱਥੇ ਉਹ ਨਹੀਂ ਕਰ ਸਕਦੇ? ਜੇ ਰੋਕਣ ਵਾਲੇ ਮੈਂ ਇਸੇ ਲਈ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਿਤੇ ਨਾ ਕਿਤੇ ਬਿਮਾਰ ਮਾਨਸਿਕਤਾ ਵਾਲੇ ਲੋਕ ਨੇ ਜਿਹੜੇ, ਚਲੋ ਮੰਨਿਆ ਉੱਥੇ ਤੇ ਇਹ ਚੀਜ਼ ਕਿਸੇ ਨੇ ਕਹਿ ਦਿੱਤੀ, ਮੰਨ ਲਓ, ਠੀਕ ਹੈ, ਮੈਂ ਭਾਵੇਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆ ਕਿ ਇਸਤਰੀ ਨੂੰ ਕਿਤੇ ਰੋਕਣਾ ਚਾਹੀਦਾ ਆ। ਜੇ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਗਿਆ ਤੇ ਕਿਤੇ ਵੀ ਜਾ ਕੇ ਉਹ ਕੀਰਤਨ ਕਰ ਸਕਦੀ, ਇਹ ਤੇ ਹੋ ਗਿਆ ਇੱਕ ਵੱਖਰਾ ਵਿਸ਼ਾ। ਜੇ ਹੁਣ ਮੰਨ ਲਓ ਉਹ ਕਿਸੇ ਇੱਥੇ ਲੋਕਲ ਗੁਰਦੁਆਰੇ ਇੱਥੇ ਕਰ ਸਕਦੀ ਹੈ, ਤੇ ਫਿਰ ਗੁਰਦੁਆਰਾ ਦੂਖਨਿਵਾਰਨ ਸਾਹਿਬ ਕਿਉਂ ਨਹੀਂ ਕਰ ਸਕਦੀ? ਹੈ ਤੇ ਗੁਰੂ ਘਰ ਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਉਹੀ, ਦਰਬਾਰ ਸਾਹਿਬ ਉਹੀ, ਸਾਰਾ ਕੁਝ ਉਹੀ ਹੈ ਨਾ। ਚਲੋ ਇਹ ਤੇ ਹੋ ਗਿਆ ਵੀ ਉਹਨਾਂ ਨੇ ਇੱਕ ਕਾਰਨ ਕਹਿ ਦਿੱਤਾ, ਉਹ ਭਾਵੇਂ ਕਾਰਨ ਨਹੀਂ ਹੈ, ਉਹ ਕਾਰਨ ਨਹੀਂ ਹੈ, ਪਰ ਅਗਲਿਆਂ ਨੇ ਬਣਾ ਕੇ ਪੇਸ਼ ਕਰ ਦਿੱਤਾ। ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਤੋਂ ਕੌਣ ਰੋਕਦਾ ਪਿਆ ਬੀਬੀ ਨੂੰ? ਜੀ ਬਿਲਕੁਲ। ਹੁਣ ਜ਼ਰੂਰ ਇਸ ਵੇਲੇ ਮੈਂ ਇਹੀ ਕਹਿ ਰਹੀ ਹਾਂ, ਸੋਚ ਤਬਦੀਲ ਮੈਂ ਇਸ ਕਰਕੇ ਦੱਸਿਆ ਕਿ ਇਹ ਸੋਚ ਤਬਦੀਲ ਸਿਰਫ ਤਾਂ ਹੀ ਹੋ ਸਕੇਗੀ ਜੇ ਔਰਤ ਹੁਣ ਅਗਾਂਹ ਆ ਕੇ ਉਸ ਥਾਂ ਤੇ ਪਹੁੰਚੇਗੀ। ਸੋ ਮੈਂ ਪ੍ਰਮੋਟ ਕਰਨਾ ਚਾਹੁੰਦੀ ਹਾਂ ਵੀ ਔਰਤਾਂ ਅਗਾਂਹ ਆਉਣ, ਉਸ ਥਾਂ ਤੇ ਬੈਠਣ। ਸਾਡੇ ਕੋਲ ਬਹੁਤ ਇਸ ਵੇਲੇ ਦਮਦਾਰ ਔਰਤਾਂ ਨੇ ਜਿਹੜੀਆਂ ਬੈਠੀਆਂ ਨੇ। ਸਿਰਫ ਮੇਰਾ ਖਿਆਲ ਹੈ ਰੱਤੀ ਧੱਕਾ ਮਾਰਨ ਦੀ ਲੋੜ ਹੈ, ਤੁਰੋ, ਨਿਕਲੋ। ਉਹਨਾਂ ਦੇ ਦਿਮਾਗ 'ਚ ਜਿਹੜੇ ਉਹ ਪਰਦੇ ਜੇ ਆਪੇ ਹੀ ਬਣਾਏ ਹੋਏ ਸੰਗਲ, ਉਹਨਾਂ ਨੂੰ ਤੋੜ ਕੇ ਉਹਨਾਂ ਨੂੰ ਇਸ ਵੇਲੇ ਸਮਝਾਉਣ ਦੀ ਲੋੜ ਹੈ।
ਕਿ ਆਓ ਅੱਗੇ। ਬਹੁਤ ਅੱਛਾ ਸ਼ਬਦ ਤੁਸੀਂ ਵਰਤਿਆ ਵੀ ਆਪੇ ਬਣਾਏ ਹੋਏ ਸੰਗਲ, ਮਤਲਬ ਆਪੇ ਵੀ ਬਣੇ ਹੈ। ਬਿਲਕੁਲ ਬਣੇ ਨੇ, ਕਿਉਂਕਿ ਇਹ ਚੀਜ਼ ਜ਼ਰੂਰੀ ਨਹੀਂ ਵੀ ਸਾਰੇ ਮਰਦ ਪ੍ਰਧਾਨ ਸਮਾਜ ਵੱਲੋਂ ਪਏ ਆ, ਕੁਝ ਆਪ ਵੀ ਬਣਾ ਲਏ। ਬਿਲਕੁਲ ਆਪੇ ਹੀ ਆਪਣੇ ਆਪ ਨੂੰ ਜਿਵੇਂ ਸੀਮਤ ਕਰ ਰਹੇ ਨੇ, ਉਹ ਸੀਮਤ ਕਰਨ ਦੀ ਲੋੜ ਨਹੀਂ। ਇਹ ਸਿਰਫ ਇੱਕ ਧਾਰਮਿਕ ਪੱਖੋਂ ਹੀ ਨਹੀਂ, ਸਿਆਸਤ ਪੱਖੋਂ ਹੀ ਨਹੀਂ, ਬਲਕਿ ਇਸ ਵੇਲੇ ਅਗਵਾਈ ਕਰਨ ਯੋਗ ਜੇ ਮਾਂ ਦਾ ਵੀ ਵਧੀਆ ਰੋਲ ਅਦਾ ਕਰ ਜਾਏ ਨਾ ਇੱਕ ਔਰਤ, ਤਾਂ ਸੱਚ ਜਾਣਿਓ ਉਸ ਘਰ ਵਿੱਚ ਜਿਸ ਤਰੀਕੇ ਦੇ ਕਮਲ ਫੁੱਲ ਖਿੜਨੇ ਨੇ, ਉਹ ਮੇਰਾ ਖਿਆਲ ਹੈ ਮਾਂ ਗੁਜਰੀ ਦੀ ਇੱਕ ਬੜੀ ਸਪਸ਼ਟ ਐਗਜ਼ਾਮਪਲ ਹੈ। ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਅੱਜ ਅਸੀਂ ਜ਼ਿਕਰ ਕਰਦੇ ਹਾਂ ਦਸ਼ਮੇਸ਼ ਪਿਤਾ ਦਾ, 9 ਵਰਿਆਂ ਦਾ ਪੁੱਤਰ ਸੀ, ਸਿਰਫ 9 ਵਰਿਆਂ ਦਾ। ਅੰਦਾਜ਼ਾ ਲਾ ਲਓ ਕਿ ਉਸ ਮਾਂ ਨੂੰ ਦਿਸਦਾ ਸੀ ਕਿ ਮੇਰੇ ਪਤੀ ਦਾ ਸੀਸ ਹੈ ਇੱਥੇ ਤੇ ਚੁਫੇਰੇ ਦੁਸ਼ਮਣ ਨੇ। ਉਹਦੇ ਕੋਲ ਰਾਹ ਸੀ ਕਿ ਉਹਨੂੰ ਡਰਾਕਲ ਬਣਾ ਦਿੰਦੀ, ਅੰਦਰ ਪਿੱਛੇ ਲੁਕ ਜਾਂਦੀ ਜਾਂ ਚਲੀ ਜਾਂਦੀ ਉਹਨੂੰ ਲੈ ਕੇ। ਪਰ ਉਹਨੇ ਕਿਸ ਤਰੀਕੇ ਦਾ ਉਹਨਾਂ ਦੇ ਅੰਦਰ ਇਨਫਿਊਜ਼ ਕੀਤਾ ਹੋਣਾ ਕਿ ਨਹੀਂ ਕਾਕਾ, ਇਸ ਔਖੇ ਸਮੇਂ ਵਿੱਚ ਵੀ ਤੂੰ ਲੜਨਾ ਹੈ, ਤੂੰ ਜੂਝਣਾ, ਤੂੰ ਤਗੜਾ ਬਣਨਾ। ਇਹ 9 ਵਰਿਆਂ ਦੇ ਬਾਲ ਵਿੱਚ ਮੈਂ ਬਤੌਰ ਇੱਕ ਮਨੋਵਿਗਿਆਨੀ, ਬਤੌਰ ਇੱਕ ਬੱਚਿਆਂ ਦੀ ਡਾਕਟਰ ਹੁੰਦਿਆਂ ਦੱਸ ਰਹੀ ਹਾਂ ਕਿ 9 ਵਰਿਆਂ ਦੇ ਬਾਲ ਵਿੱਚ ਅਸੀਂ ਦੇਖਦੇ ਹਾਂ ਜਿੱਥੇ ਉਹਨਾਂ ਦੀ ਇਹੋ ਜਿਹੀਆਂ ਐਕਸੀਡੈਂਟਲ ਡੈਥਸ ਵੀ ਹੁੰਦੀਆਂ, ਰੋਗੀ ਬਣ ਜਾਂਦੇ ਨੇ ਉਮਰ ਭਰ ਲਈ ਬੱਚੇ, ਉਹ ਨਾਰਮਲ ਨਹੀਂ ਹੋ ਸਕਦੇ। ਉੱਥੋਂ ਇਹੋ ਜਿਹਾ ਬਾਲ ਪੈਦਾ ਕਰਨਾ ਵੀ ਉਹ ਖਾਲਸਾ ਸਿਰਜ ਸਕੇ। ਫਿਰ ਉਸੇ ਜ਼ਰਾ ਮਾਂ ਵੱਲ ਧਿਆਨ ਕਰਿਓ, ਦੂਜੀ ਵਾਰ ਫਿਰ ਉਹਨੇ ਇਹ ਦੇਖਿਆ ਕਿ ਮੇਰੇ ਕੋਲ ਨਿੱਕੇ ਨਿੱਕੇ 2 ਬਾਲ ਫਿਰ ਨੇ। ਉਹ ਭੂਮਿਕਾ ਜ਼ਰਾ ਅੰਦਾਜ਼ਾ ਲਾਇਓ, ਉਦੋਂ ਉਹ ਬਜ਼ੁਰਗ ਸਨ। ਫਿਰ ਉਸ ਮਾਂ ਦੀ ਭੂਮਿਕਾ ਦੇਖ ਲਓ ਜਿਹੜੀ ਉਹਨੇ ਦਾਦੀ ਦੇ ਰੂਪ ਵਿੱਚ ਉਦੋਂ ਅਦਾ ਕੀਤੀ। 6 ਵਰਿਆਂ ਦਾ ਬਾਲ ਤੁਹਾਡੇ ਵੀ ਘਰਾਂ 'ਚ ਹੁੰਦਾ ਜੀ, ਉਹਨੂੰ ਕਿਸ ਤਰੀਕੇ ਮਜ਼ਬੂਤ ਕੀਤਾ ਹੋਣਾ, ਘੰਟੇ 'ਚ ਮਜ਼ਬੂਤ ਨਹੀਂ ਸੀ ਹੋਇਆ। 6 ਸਾਲਾਂ ਤੱਕ ਜਿਵੇਂ ਦਾ ਉਹ ਪਾਲਿਆ ਗਿਆ ਹੋਣਾ ਘਰ ਵਿੱਚ, ਵੀ ਉਹਦੇ ਅੰਦਰ ਉਹ ਜਿਸ ਤਰੀਕੇ ਦੀ ਅਣਖ ਜੀ ਸੀ, ਜਿਸ ਤਰੀਕੇ ਦਾ ਭੈ ਮੁਕਤ ਉਹਦੀ ਸੋਚ ਸੀ, ਜਿਸ ਤਰੀਕੇ ਦੀ ਸ਼ਖਸੀਅਤ ਸੀ, ਉਹ ਉਸ ਦਾਦੀ ਦਾ ਉਹਦੇ ਅੰਦਰ ਭੇਜਿਆ ਉਹ ਸੁਨੇਹਾ ਸੀ ਜਿਹੜਾ ਉਹਨੂੰ ਮੌਤ ਦੇ ਭੈ ਦੇ ਉੱਤੇ ਫਤਿਹ ਪਾ ਗਿਆ। ਇਹ ਮਾਂ ਹੁੰਦੀ ਜੇ। ਮੈਂ ਉਹ ਕਿਰਦਾਰ ਕਹਿੰਨੀ ਆ ਵੀ ਔਰਤ ਕਿਉਂ ਭੁਲਾ ਗਈ ਆਪਣਾ, ਕਿ ਤੁਸੀਂ ਗੁਨਾਹਗਾਰ ਹੋ। ਮੈਂ ਅੱਜ ਇੱਥੇ ਤੱਕ ਕਹਿ ਦਿੰਨੀ ਆ ਕਿ ਜੇ ਕੋਈ ਅੱਜ ਖਬਰ ਸੁਣਦੇ ਆ ਵੀ ਕਿਸੇ ਪੁੱਤਰ ਨੇ ਆਪਣੇ ਮਾਂ ਦਾ ਬਲਾਤਕਾਰ ਕੀਤਾ, ਤਾਂ ਔਰਤ ਉਹਦੇ ਤੇ ਮੈਂ ਉਹਦੇ ਵਿੱਚ ਕਸੂਰ ਕੱਢਦੀ ਆ ਕਿ ਤੂੰ ਦੇ ਨਹੀਂ ਸਕੀ ਆਪਣੇ ਪੁੱਤਰ ਨੂੰ ਉਹ ਸੋਚ ਜਿਹੜੀ ਦੇਣੀ ਚਾਹੀਦੀ ਸੀ, ਜਿਹੜਾ ਤੇਰਾ ਫਰਜ਼ ਸੀ। ਜੇ ਇੱਕ ਮਾਂ ਸਾਡੀ ਅੱਜ ਗੁਰਤੇਜ ਵਰਗਾ ਪੁੱਤਰ ਜੰਮ ਸਕਦੀ ਹੈ ਜਿਹੜਾ 12 ਚੀਨੀ ਫੌਜੀਆਂ ਨੂੰ ਖਤਮ ਕਰ ਸਕਦਾ, ਝਟਕਾ ਸਕਦਾ, ਕੱਛਾਂ ਵਿੱਚ ਦੱਬਣੇ ਸਿਰ ਮਾਇਨੇ ਰੱਖਦਾ, ਤੇ ਜੇ ਸਾਡੀਆਂ ਮਾਵਾਂ ਗੁਰਤੇਜ ਜੰਮ ਸਕਦੀਆਂ ਨੇ, ਤਾਂ ਫਿਰ ਸਾਡੀਆਂ ਮਾਵਾਂ ਕਿਉਂ ਅੱਜ ਨਸ਼ਈ ਜੰਮਣ ਲੱਗ ਗਈਆਂ ਨੇ, ਕਿਉਂ ਬਲਾਤਕਾਰੀਏ ਜੰਮਦੀਆਂ ਨੇ? ਇਹਦਾ ਮਤਲਬ ਹੈ ਕਿਤੇ ਨਾ ਕਿਤੇ ਉਹ ਆਪਣੀ ਭੂਮਿਕਾ ਨੈਗੇਟਿਵ ਕਰ ਰਹੀਆਂ। ਸਿਰਫ ਚੁੱਲ੍ਹਿਆਂ ਵਿੱਚ ਬੈਠਣਾ ਜ਼ਿੰਦਗੀ ਨਹੀਂ ਹੁੰਦੀ। ਜੇ ਘਰ ਵਿੱਚ ਵੀ ਨੇ ਨਹੀਂ ਵੀ ਕੰਮ ਕਰਨ ਜਾ ਰਹੀਆਂ, ਤੇ ਉਹਨਾਂ ਦੇ ਉੱਤੇ ਤਾਂ ਮਾਂ ਗੁਜਰੀ ਕਿਤੇ ਕੰਮ ਕਰਨ ਨਹੀਂ ਸੀ ਜਾ ਰਹੀ। ਇਹ ਆਮ ਮੈਨੂੰ ਔਰਤਾਂ ਆ ਕੇ ਕਹਿ ਜਾਂਦੀਆਂ ਨੇ ਜੀ ਅਸੀਂ ਕੀ ਕਰ ਸਕਦੇ ਹਾਂ ਜੀ, ਅਸੀਂ ਤਾਂ ਸਵੇਰੇ ਰੋਟੀ ਬਣਾਈ ਜੀ, ਸਫਾਈ ਕੀਤੀ ਜੀ। ਭਈ ਤੁਹਾਡੇ ਹੱਥ ਵਿੱਚ ਤਾਂ ਕੱਚੀ ਮਿੱਟੀ ਫੜਾਈ ਹੋਈ ਹੈ। ਤੁਸੀਂ ਜੋ ਕਰ ਸਕਦੀਆਂ ਉਹ ਪਿਓ ਕਰ ਹੀ ਨਹੀਂ ਸਕਦਾ ਜੀ। ਉਹਦੇ ਕੋਲ ਉਹਨਾਂ ਸਮਾਂ ਹੀ ਨਹੀਂ ਬਾਲ ਦੇ ਨਾਲ ਬਿਤਾਉਣ ਜੋਗਾ ਜਿੰਨਾ ਤੁਸੀਂ ਕਰ ਸਕਦੇ ਹੋ। ਤੁਸੀਂ ਜੋ ਉਹਦੇ ਚ ਘੜਨਾ ਜੇ ਨਾ ਪਹਿਲੇ 6 ਸਾਲਾਂ ਵਿੱਚ, ਉਹਨੇ ਜੋ ਕਮਾਲ ਕਰਨਾ ਜੇ, ਉਹ ਅੱਗੋਂ ਸ਼ਾਇਦ ਤੁਹਾਡੀ ਪੁਸ਼ਤ ਦਰ ਪੁਸ਼ਤ ਨਾ ਰੋਸ਼ਨ ਕਰ। ਮਾਵਾਂ ਇਹ ਭੂਮਿਕਾ ਭੁਲਾ ਚੁੱਕੀਆਂ ਨੇ ਵੀ ਅਸੀਂ ਘਰਾਂ ਵਿੱਚ ਨਹੀਂ, ਤੁਸੀਂ ਘਰਾਂ ਵਿੱਚ ਸਮਾਜ ਸਿਰਜ ਰਹੇ ਹੋ। ਉਹ ਭੂਮਿਕਾ ਜਿਸ ਦਿਨ ਮਾਂ ਨੂੰ ਆ ਗਈ ਨਾ, ਉਸ ਦਿਨ ਉਸ ਘਰ ਦੀ ਧੀ ਵੀ ਬਾਹਰ ਨਿਤਰੇਗੀ। ਉਸ ਦਿਨ ਕਿਸੇ ਦੀ ਜ਼ਰੂਰਤ ਨਹੀਂ ਹੋਣੀ, ਕਿਸੇ ਦੀ ਔਕਾਤ ਨਹੀਂ ਹੋਣੀ ਉਸ ਦੇ ਵੱਲ ਝਾਕ ਸਕੇ। ਪਰ ਇੱਕ ਵੱਡੀ ਗੱਲ ਇਹ ਕਿ ਸਾਡੀਆਂ ਅੱਜ ਕੱਲ੍ਹ ਬੱਚੀਆਂ ਵੀ, ਖਿਮਾ ਕਰਿਓ, ਨੁਮਾਇਸ਼ ਦੀ ਪਾਤਰ ਬਣ ਰਹੀਆਂ। ਉਹ ਆਪ ਆਪਣੇ ਜਿਸਮ ਦੀ ਨੁਮਾਇਸ਼ ਕਰਦੀਆਂ ਨੇ, ਫਿਰ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦੀਆਂ ਨੇ, ਫਿਰ ਉਹ ਲਾਨਤ ਵੀ ਪਾਉਂਦੀਆਂ ਨੇ। ਜਿਸ ਦਿਨ ਕੋਈ ਸਾਡੀ ਬੱਚੀ ਅੱਖਾਂ ਵਿੱਚ ਮਾਂ ਚੰਡੀ ਦੀ ਅੱਗ ਲੈ ਕੇ ਨਿਕਲੇਗੀ, ਕਿਹਦੀ ਅੱਗੋਂ ਔਕਾਤ ਹੈ ਕਿ ਉਹਦੇ ਬਾਰੇ ਕੋਈ ਕਮੈਂਟ ਕਰ ਸਕੇਗਾ ਜਾਂ ਬੋਲ ਸਕੇਗਾ? ਪਰ ਜੇ ਆਪ ਤੁਸੀਂ ਕਹੋਗੇ ਕਿ ਮੈਂ ਸਰੀਰਕ ਨੁਮਾਇਸ਼ ਕਰਦਿਆਂ ਨਿਕਲਾਂਗੀ, ਤਾਂ ਤੁਸੀਂ ਆਪ ਸੱਦਾ ਦੇ ਰਹੇ ਹੋ ਕਿ ਹਾਂ ਮੇਰੇ ਵੱਲ ਨੂੰ ਨਿਤਰੋ। ਇਹ ਸੋਚ ਅਸੀਂ ਫਿਰ ਕਹੀਏ ਕਿ ਅਸੀਂ ਜੀ ਵੂਮਨਾਈਜ਼ਰ ਹਾਂ, ਜਾਂ ਸਾਡੀ ਔਰਤਾਂ ਦੇ ਹੱਕਾਂ ਤੇ ਘਾਣ ਹੋ ਗਿਆ, ਅਸੀਂ ਜੋ ਮਰਜ਼ੀ ਪਾ ਸਕਦੇ ਹਾਂ। ਪਈ ਤਾਂ ਫਿਰ ਜੇ ਪਾ ਸਕਦੇ ਹੋ ਤਾਂ ਫਿਰ ਆਪਣੇ ਆਪ ਨੂੰ ਉਹਨੇ ਸਟਰੋਂਗ ਵੀ ਕਰਨਾ ਸਿੱਖੋ ਕਿ ਮੈਂ ਸਰੀਰਕ ਪੱਖੋਂ ਵੀ ਤਗੜੀ ਹਾਂ, ਤੇ ਮੇਰੇ ਵੱਲ ਕਿਸੇ ਨੇ ਅੱਖ ਚੱਕੀ ਤਾਂ ਮੈਂ ਕਰਾਟੇ ਦੀ ਮਾਹਰ ਸੀ ਜੀ, ਮੈਂ ਢਾ ਕੇ ਥੱਲੇ ਪਾ ਲਿਆ। ਇਹ ਤਾਂ ਨਹੀਂ ਕਿ ਪੂਰੀ ਲੂਣ ਦੀ ਪੁੜੀ ਬਣ ਕੇ ਤੇ ਮੈਂ ਨੁਮਾਇਸ਼ ਕਰਤੀ ਗਈ ਤੇ ਮੈਨੂੰ ਛੇੜ ਕਿਉਂ ਦਿੱਤਾ, ਫਿਰ ਇਹ ਤਾਂ ਗੱਲ ਹੀ ਗਲਤ ਹੈ।
ਸੋ ਤੁਸੀਂ ਜੇ ਇੱਕ ਪਾਸੇ ਇਸ ਤਰ੍ਹਾਂ ਦੀ ਪਾਤਰ ਵੀ ਇੰਜ ਬਣਨਾ ਕਹਿ ਲਓ ਚਾਹੁੰਦੇ ਵੀ ਹੋ, ਬੱਚੀਆਂ ਦੇ ਅੰਦਰ ਵੀ ਉਹ ਕਿਰਦਾਰ ਜਿਹੜਾ ਉਹ ਘੜਿਆ ਜਾਵੇ, ਜੀ ਉਹ ਘੜਨਾ ਤਾਂ ਕਿ ਚਾਹੀਦਾ। ਉਹੀ ਆਉਣ ਵਾਲੇ ਸਮਿਆਂ ਦੀ ਪੋਲੀਟੀਕਲ ਲੀਡਰ ਹੈ, ਉਹੀ ਆਉਣ ਵਾਲੇ ਸਮੇਂ ਦੀ ਧਾਰਮਿਕ ਤੌਰ ਤੇ ਅਗਵਾਈ ਕਰ ਸਕਦੀ ਹੈ। ਸਿਰਫ ਜੇ ਮਾਂ ਆਪਣਾ ਰੋਲ ਜਿਸ ਦਿਨ ਸਮਝ ਲਏਗੀ ਕਿ ਮੈਂ ਕੀ ਤਿਆਰ ਕਰਨਾ ਘਰ ਦੇ ਜੀ। ਵਿੱਚੋਂ, ਉਸ ਦਿਨ ਸਾਡੀਆਂ ਕੱਲੀ ਸਬਜ਼ੀ ਨਹੀਂ ਤਿਆਰ ਕੀਤੀ ਜਾਂਦੀ, ਜੀ, ਬਹੁਤ ਕੁਝ ਉੱਥੇ ਤਿਆਰ ਕੀਤਾ ਇਨਸਾਨ ਜਾਂਦਾ ਤਿਆਰ ਕੀਤੇ ਜਾਂਦੇ ਨੇ, ਕਿਰਦਾਰ ਬਣਦੇ ਨੇ, ਉੱਥੇ ਸ਼ਖਸੀਅਤਾਂ ਕੜੀਆਂ ਜਾਂਦੀਆਂ। ਇਹ ਹਕੀਕਤ ਹੈ। ਫੋਰ ਐਗਜ਼ਾਮਪਲ ਮੰਨ ਲਓ ਮੈਂ ਸਵੇਰ ਤੋਂ ਨਿਕਲਿਆ ਮੈਂ ਸ਼ਾਮ ਨੂੰ ਘਰ ਦੇ ਵਿੱਚ ਆਉਣਾ ਹੈ। ਬੱਚਿਆਂ ਕੋਲੇ ਬਹੁਤ ਜ਼ਿਆਦਾ ਵਕਤ ਕੌਣ ਗੁਜ਼ਾਰਦਾ ਤੇ ਮਾਂ ਗੁਜ਼ਾਰਦੀ ਹੈ, ਨੋ ਡਾਊਟ ਇਹ ਸੱਚ ਹੈ। ਸੋ ਦਿਲ ਦੀਆਂ ਗਹਿਰਾਈਆਂ ਤੋਂ ਭੈਣ ਜੀ ਤੁਹਾਡੇ ਧੰਨਵਾਦੀ ਹਾਂ। ਸੋ ਅਕਾਲ ਚੈਨਲ ਦੇ ਲੱਖਾਂ ਦਰਸ਼ਕਾਂ ਦੀ ਜਿਹੜੀ ਤਾਂਘ ਸੀ ਪੂਰੀ ਹੋ ਗਈ। ਮੈਂ ਚਾਹਾਂਗਾ ਆਪਣੇ ਵੱਲੋਂ ਕੋਈ ਛੋਟਾ ਜਿਹਾ ਸੁਨੇਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਓ। ਜ਼ਰੂਰ। ਮੈਂ ਸੱਚਮੁੱਚ ਰਿਣੀ ਆ ਅਕਾਲ ਚੈਨਲ ਦੀ, ਕਿਉਂਕਿ ਮੈਂ ਜਿੰਨਾ ਪਿਆਰ ਸਤਿਕਾਰ ਤੁਹਾਡੇ ਤੋਂ ਅੱਜ ਤੋਂ ਨਹੀਂ ਕਿੰਨੇ ਸਾਲਾਂ ਤੋਂ ਤੁਹਾਡੇ ਤੋਂ ਮੈਨੂੰ ਮਿਲਦਾ ਰਿਹਾ ਹੈ, ਮੈਂ ਉਹਦਾ ਸੱਚਮੁੱਚ ਰਿਣੀ ਨਹੀਂ ਲਾ ਸਕਦੀ। 217 ਸਾਰੇ ਸਰੋਤਿਆਂ ਲਈ ਕਹਿਣਾ ਚਾਹੁੰਦੀ ਹਾਂ। ਇੱਕ ਵਾਰ ਫਿਰ ਪਹਿਲਾਂ ਧੰਨਵਾਦ ਸਾਰੇ ਅਕਾਲ ਚੈਨਲ ਵਾਲਿਆਂ ਦਾ ਕਿ ਜਿਨ੍ਹਾਂ ਨੇ ਸਮਾਂ ਦਿੱਤਾ ਤੁਹਾਡੇ ਨਾਲ ਰੂਬਰੂ ਹੋਣ ਦਾ। ਪਰ ਮੈਂ ਇਹ ਦੱਸ ਦਿਆਂ ਕਿ ਜ਼ਿੰਦਗੀ ਵਿੱਚ ਕੁਝ ਚੀਜ਼ਾਂ ਬਹੁਤ ਪਿਆਰੀਆਂ ਹੁੰਦੀਆਂ ਨੇ। ਉਹਨਾਂ ਵਿੱਚ ਪਿਆਰੀਆਂ ਚੀਜ਼ਾਂ ਵਿੱਚ ਅਸੀਂ ਆਮ ਤੌਰ 'ਤੇ ਆਪਣਾ ਹੀ ਟੱਬਰ ਗਿਣ ਲੈਂਦੇ ਹਾਂ, ਆਪਣੀ ਹੀ ਸਵਾਸ ਗਿਣ ਲੈਂਦੇ ਹਾਂ, ਭੁੱਲ ਜਾਂਦੇ ਹਾਂ ਕਿ ਜ਼ਿੰਦਗੀ 'ਚ ਸਭ ਤੋਂ ਕੀਮਤੀ ਸਮਾਂ ਹੁੰਦਾ ਜੀ। ਅਤੇ ਉਹ ਸਮਾਂ ਜੋ ਤੁਸੀਂ ਮੈਨੂੰ ਦਿੱਤਾ ਹੈ ਤੇ ਆਪਣੀ ਜ਼ਿੰਦਗੀ ਵਿੱਚੋਂ ਜੋ ਦੁਬਾਰਾ ਕਦੇ ਆਉਣਾ ਹੀ ਨਹੀਂ, ਇਸ ਲਈ ਮੈਂ ਸੱਚਮੁੱਚ ਤੁਹਾਡੀ ਦਿਲੋਂ ਰਿਣੀ ਹਾਂ ਇਸ ਸਮੇਂ ਲਈ। ਤੇ ਮੈਂ ਉਮੀਦ ਕਰਾਂਗੀ ਜ਼ਰੂਰ ਤੁਹਾਡੇ ਸੁੱਖ ਸੁਨੇਹੇ ਮੈਨੂੰ ਪਹੁੰਚਦੇ ਰਹਿਣਗੇ। ਤੇ ਜਾਂਦੇ ਜਾਂਦੇ ਸਿਰਫ ਇਹ ਕਹਿ ਦਿਆਂ ਬਤੌਰ ਡਾਕਟਰ ਹੁੰਦਿਆਂ ਕਿ ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ। ਬਹੁਤ ਬਹੁਤ ਮਿਹਰਬਾਨੀ ਭੈਣ ਜੀ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ। ਰਿਸ਼ਤਿਆਂ ਦੇ ਉੱਪਰ ਕਈ ਵਾਰੀ ਗੱਲਾਂ ਕਰਦੇ ਹਾਂ ਤੇ ਅੱਜ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਬੜੀ ਖੂਬ ਗੱਲ ਕਹੀ ਹੈ ਕਿ ਮਾਂ ਘਰ ਦੇ ਵਿੱਚੋਂ ਬਹੁਤ ਕੁਝ ਤਿਆਰ ਕਰ ਸਕਦੀ ਹੈ, ਪਰ ਇਸ ਤੋਂ ਪਹਿਲਾਂ ਉਹਦੇ ਆਪਣੇ ਅੰਦਰ ਉਹ ਚੀਜ਼ ਤਿਆਰ ਹੋਈ ਹੋਵੇ। ਜਾਂ ਇੰਝ ਕਹਿ ਲਈਏ ਵੀ ਜ਼ਿੰਦਗੀ ਦੇ ਠੇਡਿਆਂ ਤੋਂ ਨਿਰਾਸ਼ ਹੋਣ ਦੀ ਬਜਾਏ ਉਹਨਾਂ ਨੂੰ ਤਜਰਬੇ ਬਣਾਏ ਜਾਣ। ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਵਾਂ। ਕਈ ਵਾਰੀ ਸਾਡੇ ਵਿੱਚ ਕੋਈ ਕਮਜ਼ੋਰੀ ਰਹਿ ਜਾਵੇ ਤਾਂ ਅਸੀਂ ਸੋਚਦੇ ਹਾਂ ਵੀ ਇਹ ਕਮਜ਼ੋਰੀ ਨਾ ਅੱਗੇ ਬੱਚਿਆਂ 'ਚ ਨਹੀਂ ਆਉਣ ਦੇਣੀ, ਉਹ ਭਾਵੇਂ ਕਿਸੇ ਵੀ ਪ੍ਰਕਾਰ ਦੀ ਹੋਵੇ। ਆਹ ਟੈਸਟ ਮੈਂ ਕਲੀਅਰ ਨਹੀਂ ਕਰ ਪਾਇਆ, ਮੈਂ ਕੋਸ਼ਿਸ਼ ਕਰਾਂਗਾ ਆਪਣੇ ਬੱਚੇ, ਉਹ ਚੀਜ਼ ਸਾਨੂੰ ਸਦਾ ਜਗਾਉਣੀ ਚਾਹੀਦੀ ਹੈ। ਪਹਿਲੀ ਗੱਲ ਵੀ ਅਸੀਂ ਆਪ ਕਰਦੇ ਆਪ ਨਹੀਂ ਕਰ ਸਕੇ ਤੇ ਅਸੀਂ ਆਪਣੀ ਉਹ ਪੀੜ੍ਹੀ ਦੇ ਵਿੱਚੋਂ ਚੀਜ਼ ਦੇਖੀਏ ਵੀ ਸਾਡੇ ਬੱਚੇ ਅੱਗੇ ਵਧਣ, ਅਸਮਾਨਾਂ ਦੇ ਉਹ ਪਰਿੰਦੇ ਬਣ ਜਾਣ ਕਿ ਨਿੱਕੇ ਨਿੱਕੇ ਪਿੰਜਰਿਆਂ ਦੇ ਅੰਦਰ ਜਾਂ ਕਿਸੇ ਦੇ ਇੱਕ ਬੰਧੂਆ ਮਜ਼ਦੂਰ ਜੇ ਬਣ ਕੇ ਨਾ ਰਹਿ ਜਾਣ। ਸੋ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।